ਤੁਸੀਂ ਕੈਨੇਡਾ ਗਏ ਤੇ ਉੱਥੇ ਜਾਣਾ ਤੁਸੀਂ ਆਪਣੀ ਸਭ ਤੋਂ ਵੱਡੀ ਗਲਤੀ ਮੰਨਦੇ ਹੋ, ਕਿਉਂ? ਮੈਨੂੰ ਵੀ ਟੈਨਸ਼ਨ ਸੀ ਵੀ 22 ਲੱਖ ਰੁਪਇਆ ਲੱਗਿਆ ਆ ਹੈ ਨਾ, ਵੀ ਇਹ ਕਿੱਦਾਂ ਪੂਰਾ ਹੋਣਾ ਆ ਜਾਂ ਮੈਨੂੰ ਲੋਕ ਕੀ ਕਹਿਣਗੇ। ਪਰ ਇੱਕ ਟਾਈਮ ਆਇਆ ਜਦੋਂ ਮੈਨੂੰ ਲੱਗਾ ਵੀ ਜ਼ਿੰਦਗੀ ਜ਼ਿਆਦਾ ਜ਼ਰੂਰੀ ਹੈ ਪੈਸੇ ਦੇ ਨਾਲੋਂ। ਇੱਕ ਮੁੰਡੇ ਨੇ ਇਹ ਗੱਲ ਕਹੀ ਕਿ ਜੇ ਮੈਂ ਤੇਰੀ ਜਗ੍ਹਾ ਤੇ ਹੁੰਦਾ ਤੇ ਮੈਂ ਆਪਣੀ ਵਾਈਫ ਨੂੰ ਕੁੱਟਦਾ, ਉਹਦੀਆਂ ਮੈਂ ਲੱਤਾਂ ਤੋੜਦਾ ਕਿ ਵਾਪਸ ਤੂੰ ਕਾਹਤੋਂ ਆ ਰਹੀ ਹੈ, ਤੂੰ ਉੱਥੇ ਰਹਿ, ਤੂੰ ਪੈਸੇ ਵੇਸਟ ਕਰਦੀ ਪਈ ਹੈ। ਇੱਦਾਂ ਕਿ ਮੈਂ ਰਿਸ਼ਤੇ ਦੀ ਕੋਈ ਅਹਿਮੀਅਤ ਨਹੀਂ ਰਹਿ ਗਈ ਲੋਕਾਂ ਨੂੰ, ਬਸ ਪੈਸੇ ਦੀ ਅਹਿਮੀਅਤ ਹੈ। ਇੱਥੇ ਪੈਸਾ ਹੈ ਤਾਂ ਤੁਹਾਡਾ ਰਿਸ਼ਤਾ ਹੈ, ਜੇ ਨਹੀਂ ਹੈ ਤਾਂ ਨਹੀਂ। ਜੇ ਅੱਜ ਮੈਂ ਮੋਟੀ ਹਾਂ ਹੈ ਨਾ, ਮੈਂ ਪ੍ਰਾਊਡਲੀ ਕਹਿੰਦੀ ਹਾਂ ਮੈਂ ਮੋਟੀ ਹੈਗੀ ਹਾਂ। ਮੋਟੇ ਜਾਂ ਪਤਲੇ ਹੋਣਾ ਇਹ ਡਿਸਾਈਡ ਨਹੀਂ ਕਰਦਾ ਵੀ ਤੁਸੀਂ ਮਿਹਨਤ ਕਰ ਸਕਦੇ ਹੋ ਕਿ ਨਹੀਂ ਕਰ ਸਕਦੇ, ਹੈ ਨਾ। ਮਿਹਨਤ ਹਰ ਇੱਕ ਬੰਦਾ ਕਰ ਹੀ ਲੈਂਦਾ। ਇੱਥੇ ਮੇਰੇ ਤੋਂ ਵੀ ਬਹੁਤ ਮੋਟੇ ਮੋਟੇ ਬੰਦੇ ਬੈਠੇ ਆ ਮੈਮ ਜਿਹੜੇ ਮਿਹਨਤ ਕਰਦੇ ਆ। ਸੋ ਸਾਰਿਆਂ ਨੂੰ ਇਹੀ ਕਹੂੰਗੀ ਵੀ ਬੋਡੀ ਸ਼ੇਮਿੰਗ ਤਾਂ ਨਾ ਹੀ ਕਰਿਆ ਕਰੋ। ਵੀ ਲੋਕ ਕਹਿੰਦੇ ਵੀ ਪੰਜਾਬੀ ਦੀਆਂ ਲੱਤਾਂ ਖਿੱਚਦੇ ਆ, ਕਿਤੇ ਨਾ ਕਿਤੇ ਤੱਕ ਇਹ ਗੱਲ ਸੱਚ ਵੀ ਹੈਗੀ ਆ। 10 ਕੁ ਦਿਨ ਮੇਰੇ ਬਹੁਤ ਵਧੀਆ ਗਏ ਉੱਥੇ, ਹੈ ਨਾ। ਉਹਨਾਂ ਨੇ ਬਹੁਤ ਵਧੀਆ ਮੇਰਾ ਸਾਥ ਦਿੱਤਾ। ਪਰ ਹੌਲੀ ਹੌਲੀ ਸਿਨੈਰੀਓ ਉੱਥੇ ਚੇਂਜ ਹੁੰਦਾ ਗਿਆ। ਪਤਾ ਨਹੀਂ ਇੱਦਾਂ ਦਾ ਕੀ ਹੋਇਆ, ਜਿਹੜੇ ਇੱਥੇ ਮੈਨੂੰ ਇੰਨਾ ਪਿਆਰ ਕਰਦੇ ਸੀਗੇ ਹੈ ਨਾ, ਇੰਨਾ ਵਧੀਆ ਰਿਲੇਸ਼ਨ ਹੁੰਦਾ ਸੀਗਾ, ਵੀ 10-12 ਦਿਨਾਂ ਬਾਅਦ ਹੀ ਚੇਂਜਸ ਆਉਣੇ ਸਟਾਰਟ ਹੋ ਗਏ। ਪਰ ਰੱਬ ਨੇ ਆਪਣੇ ਰੂਪ ਦੇ ਵਿੱਚ ਇੱਕ ਹਸਬੈਂਡ ਵੀ ਦਿੱਤਾ ਆ, ਹੈ ਨਾ। ਇਹਨਾਂ ਨੂੰ ਦੇਖ ਕੇ ਉਮੀਦਾਂ ਹਲੇ ਵੀ ਪੂਰੀਆਂ ਜਾਗਦੀਆਂ ਆ ਵੀ ਨਹੀਂ, ਜ਼ਿੰਦਗੀ ਖਤਮ ਨਹੀਂ ਹੋਈ। ਈਵਨ ਕਿ ਰਾਤ ਨੂੰ ਹੈ ਨਾ ਮੈਨੂੰ ਨੀਂਦ ਨਹੀਂ ਆਉਂਦੀ ਸੀਗੀ ਡਿਪਰੈਸ਼ਨ ਕਰਕੇ, ਤਾਂ ਇਹਨਾਂ ਨੇ ਲੱਤਾਂ ਤੱਕ ਵੀ ਮੇਰੀਆਂ ਘੁੱਟੀਆਂ ਆ। ਇਹਨਾਂ ਦਾ ਦੇਣ ਮੈਂ ਕਦੀ ਨਹੀਂ ਦੇ ਸਕਦੀ। ਇਹਨਾਂ ਦੇ ਪਿਆਰ ਕਰਕੇ ਹੀ ਮੈਂ ਜੇ ਅੱਜ 1 ਸਾਲ ਦੇ ਵਿੱਚ ਨੋਰਮਲ ਹੋ ਕੇ ਇੱਥੇ ਬੈਠੀ ਹਾਂ, ਤਾਂ ਇਹਨਾਂ ਦਾ ਪਿਆਰ ਹੀ ਆ। ਜੇ ਮੈਂ ਵੀ ਨਾ ਉੱਥੇ ਡਿਪਰੈਸ਼ਨ ਦਾ ਸ਼ਿਕਾਰ ਹੋ ਕੇ ਮਰ ਜਾਂਦੀ ਤਾਂ ਲੋਕਾਂ ਨੇ ਕਹਿਣਾ ਸੀ ਵਿਚਾਰੀ ਕੁੜੀ ਕਿੰਨੀ ਚੰਗੀ ਸੀ, ਹੈ ਨਾ, ਘਰੇ ਕੁਛ ਦੱਸਿਆ ਨਹੀਂ, ਉੱਥੇ ਹੀ ਮਰ ਗਈ, ਹੈ ਨਾ। ਫਿਰ ਮੇਰੇ ਲਈ ਵੀ ਸਿੰਪਥੀ ਆ ਜਾਣੀ ਸੀ। ਪਰ ਮੈਂ ਆਪਦੀ ਲਾਈਫ ਨੂੰ ਜੇ ਚੁਣ ਲਿਆ ਵੀ ਨਹੀਂ, ਵੀ ਮੈਂ ਵਾਪਸ ਜਾਣੀ ਆ, ਹੈ ਨਾ, ਮੇਰੇ ਹਸਬੈਂਡ ਨੇ ਮੇਰੀ ਸਪੋਰਟ ਕੀਤੀ ਵੀ ਤੂੰ ਵਾਪਸ ਆ ਜਾ, ਮੈਨੂੰ ਤੂੰ ਜ਼ਰੂਰੀ ਆ, ਪੈਸਾ ਜ਼ਰੂਰੀ ਨਹੀਂ ਹੈਗਾ, ਤਾਂ ਮੇਰੇ ਲਈ ਅੱਜ ਗੱਲਾਂ ਬਣਨੀਆਂ ਪਈਆਂ। ਕਿਉਂਕਿ ਮੈਮ ਕੁਛ ਨਹੀਂ ਬਚਦਾ, ਇੰਨੇ ਪੈਸੇ ਲੱਗ ਜਾਂਦੇ ਬੰਦੇ ਕੋਲ, ਕੁਛ ਬਚਦਾ ਨਹੀਂ। ਪਰ ਜਦੋਂ ਮੈਮ ਵੇਖਿਆ ਜਾਵੇ ਕਿ ਇੰਨੇ ਬਿਮਾਰ ਹੋ ਰਹੇ ਆ, ਮੈਨੂੰ ਪਤਾ ਹੈਗਾ ਕਿ ਹੁਣ ਮੈਮ ਸਾਡਾ ਪਿਆਰ ਵੀ ਹੈਗਾ ਹੈ, ਇਸ ਕਰਕੇ ਮੈਂ ਕੁਛ ਨਹੀਂ ਸੋਚਿਆ, ਮੈਂ ਵਾਪਸ ਬੁਲਾ ਲਿਆ। ਪੈਸਾ ਵੀ ਆ ਜਾਊਗਾ ਮੈਮ, ਉੱਥੇ ਜਾ ਕੇ ਸਾਰਾ ਕੁਝ ਆ ਜਾਊਗਾ। ਚਾਹੇ ਮਹਿੰਗੇ ਬ੍ਰਾਂਡਸ ਦੀ ਗੱਲ ਕਰ ਲਓ, ਗੱਡੀਆਂ ਕਰ ਲਓ, ਗੱਡੀਆਂ ਦੀ ਗੱਲ ਕਰ ਲਓ, ਜਾਂ ਕੋਈ ਵੀ ਚੀਜ਼ ਦੀ ਗੱਲ ਕਰ ਲਓ, ਸਭ ਕੁਝ ਆ ਜਾਊਗਾ। ਲੇਕਿਨ ਮੈਮ ਜਿਹੜਾ ਮਨ ਦਾ ਸਕੂਨ ਹੈ ਨਾ, ਉਹ ਨਹੀਂ ਮਿਲਦਾ ਉੱਥੇ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋ ਅੱਖਰ ਦੇ ਨਾਲ ਤੇ ਮੈਂ ਹਾਂ ਪਵਨਪ੍ਰੀਤ ਕੌਰ। ਅੱਜ ਮੇਰੇ ਨਾਲ ਇੱਕ ਅਜਿਹੀ ਭੈਣ ਮੌਜੂਦ ਹੈ ਜੋ ਕੈਨੇਡਾ ਗਏ ਪਰ ਵਾਪਸ ਆ ਗਏ। ਉਹਨਾਂ ਦੇ ਹਸਬੈਂਡ ਨੇ ਵੀ ਪੂਰਾ ਸਾਥ ਦਿੱਤਾ, ਪਰ ਕਿਉਂ ਕੈਨੇਡਾ ਕਿਉਂ ਛੱਡ ਕੇ ਆਏ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਜਾਣਦੇ ਹਾਂ। ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਅੱਖਰ ਤੇ। ਥੈਂਕ ਯੂ ਸੋ ਮਚ ਮੈਮ, ਥੈਂਕ ਯੂ। ਭੈਣੇ ਤੁਸੀਂ ਕੈਨੇਡਾ ਗਏ ਹੈ ਨਾ, ਤੇ ਉੱਥੇ ਜਾਣਾ ਤੁਸੀਂ ਆਪਣੀ ਸਭ ਤੋਂ ਵੱਡੀ ਗਲਤੀ ਮੰਨਦੇ ਹੋ, ਕਿਉਂ? ਕਿਉਂਕਿ ਮੈਮ ਉੱਥੇ ਹੋਇਆ ਹੀ ਕੁਛ ਇੱਦਾਂ ਦਾ ਮੇਰੇ ਨਾਲ, ਵੀ ਮੈਨੂੰ ਲੱਗਾ ਵੀ ਇਹ ਮੇਰੀ ਪੂਰੀ ਬਹੁਤ ਵੱਡੀ ਗਲਤੀ ਆ ਵੀ ਮੈਂ ਉੱਥੇ ਗਈ, ਇਸ ਕਰਕੇ। ਮਤਲਬ ਲੋਕੀ ਤਾਂ ਕੈਨੇਡਾ ਜਾ ਇੱਥੋਂ ਤਾਂ ਦੇਖਦੇ ਨੇ, ਸੁਪਨੇ ਲੈਂਦੇ ਨੇ ਕਿ ਕੈਨੇਡਾ ਜਾ ਕੇ ਅਸੀਂ ਸੈਟਲ ਹੋਵਾਂਗੇ, ਪੈਸੇ ਵੀ ਇੰਨੇ ਲੱਗਦੇ ਨੇ, ਹੈ ਨਾ। ਅਤੇ ਤੁਸੀਂ ਜਦੋਂ ਵਾਪਸ ਆਏ, ਤੁਹਾਡੇ ਮਨ 'ਚ ਇਹ ਖਿਆਲ ਨਹੀਂ ਆਇਆ ਕਿ ਇੰਨੇ ਪੈਸੇ ਲੱਗ ਗਏ, ਇੰਨਾ ਮਤਲਬ ਟਾਈਮ ਬਰਬਾਦ ਹੋਊਗਾ, ਲੋਕੀ ਕੀ ਕਹਿਣਗੇ? ਇਹ ਗੱਲਾਂ ਦਿਮਾਗ 'ਚ ਜ਼ਰੂਰ ਆਈਆਂ ਹੋਣਗੀਆਂ। ਬਿਲਕੁਲ ਮੈਮ, ਜਦੋਂ ਮੈਂ ਉੱਥੇ ਗਈ ਸੀਗੀ ਤਾਂ ਮੈਨੂੰ ਵੀ ਪਤਾ ਸੀ ਵੀ ਪੈਸੇ ਲੱਗੇ ਹੋਏ ਆ, ਹੈ ਨਾ। ਮੈਂ ਵੀ ਪੂਰੀ ਕੋਸ਼ਿਸ਼ ਕੀਤੀ ਜਿੱਦਾਂ ਬਾਕੀ ਲੋਕ ਕੋਸ਼ਿਸ਼ ਕਰਦੇ ਆ ਨਾ ਵੀ ਉੱਥੇ ਸੈਟਲ ਹੋਣ ਦੀ, ਕਿਉਂਕਿ ਮੈਂ ਵੀ ਕੁਝ ਸੁਪਨੇ ਲੈ ਕੇ ਗਈ ਸੀ। ਪਰ ਮੇਰੇ ਨਾਲ ਉੱਥੇ ਹੋਇਆ ਹੀ ਕੁਝ ਇੱਦਾਂ ਦਾ ਜਿਹਦੇ ਕਰਕੇ ਮੈਨੂੰ ਵਾਪਸ ਆਉਣਾ ਪੈ ਗਿਆ। ਮੈਨੂੰ ਵੀ ਟੈਨਸ਼ਨ ਸੀ ਵੀ 22 ਲੱਖ ਰੁਪਇਆ ਲੱਗਿਆ ਆ, ਹੈ ਨਾ, ਵੀ ਇਹ ਕਿੱਦਾਂ ਪੂਰਾ ਹੋਣਾ ਆ ਜਾਂ ਮੈਨੂੰ ਲੋਕ ਕੀ ਕਹਿਣਗੇ। ਪਰ ਇੱਕ ਟਾਈਮ ਆਇਆ ਜਦੋਂ ਮੈਨੂੰ ਲੱਗਾ ਵੀ ਜ਼ਿੰਦਗੀ ਜ਼ਿਆਦਾ ਜ਼ਰੂਰੀ ਹੈ ਪੈਸੇ ਦੇ ਨਾਲੋਂ। ਸੋ ਮੈਂ ਉਸ ਟਾਈਮ 'ਤੇ ਪੈਸੇ ਦੇ ਉੱਪਰ ਜ਼ਿੰਦਗੀ ਨੂੰ ਚੁਣਿਆ। ਮਤਲਬ ਆਪਾਂ ਕਹਿੰਦੇ ਨੇ ਕਿ ਲੋਕੀ ਕਹਿੰਦੇ ਨੇ, ਇੱਥੋਂ ਕਈਆਂ ਦਾ ਸੁਪਨਾ ਹੁੰਦਾ ਕਿ ਅਸੀਂ ਕੈਨੇਡਾ ਜਾਵਾਂਗੇ, ਅਮਰੀਕਾ ਜਾਵਾਂਗੇ, ਉੱਥੇ ਜਾ ਕੇ ਸੈੱਟ ਹੋਵਾਂਗੇ। ਪਰ ਕੀ ਸੱਚੀ ਉੱਥੇ ਜਾ ਕੇ ਬੰਦਾ ਸੈੱਟ ਹੁੰਦਾ ਕਿ ਆਪਣੀ ਲਾਈਫ ਹੋਰ ਔਖੀ ਕਰ ਲੈਂਦਾ? ਮੈਮ ਕਾਫੀ ਸਾਰੇ ਬੱਚਿਆਂ ਦਾ ਅੱਜ ਵੀ ਸੁਪਨਾ ਹੈਗਾ। ਮੈਂ ਵੀ ਇਹੀ ਸੁਪਨਾ ਲੈ ਕੇ ਗਈ ਸੀ, ਮੈਂ ਵੀ ਇਹੀ ਸੋਚ ਕੇ ਗਈ ਸੀ ਵੀ ਮੈਂ ਸੈਟਲ ਹੋਣਾ ਆਪਣੇ ਹਸਬੈਂਡ ਦੇ ਨਾਲ ਉੱਥੇ, ਹੈ ਨਾ, ਇੱਕ ਵਧੀਆ ਜ਼ਿੰਦਗੀ ਬਣਾਉਣੀ ਆ। ਪਰ ਉੱਥੇ ਦੇ ਹਾਲਾਤ ਜੇ ਹੁਣ ਦੀ ਗੱਲ ਕਰੀਏ ਆਪਾਂ, ਕਾਫੀ ਚੇਂਜ ਹੈ।
ਕੁਝ ਲੋਕ ਆ ਜਿਹੜੇ ਸੈਟਲ ਹੋ ਵੀ ਜਾਂਦੇ, ਇਹ ਗੱਲ ਨਹੀਂ ਵੀ ਸਾਰੇ ਸੈਟਲ ਨਹੀਂ ਹੁੰਦੇ ਹੈਗੇ ਹਨਾ, ਪਰ ਜ਼ਿਆਦਾਤਰ ਪਰਸੈਂਟੇਜ ਇਦਾਂ ਦੀ ਹੈ ਵੀ ਜਿਹੜੇ ਬੱਚਿਆਂ ਦੇ ਨਾਲ ਬਹੁਤ ਧੱਕਾ ਹੁੰਦਾ ਆ। ਬਸ ਮੈਂ ਅੱਗੇ ਆ ਕੇ ਉਹਨਾਂ ਨੂੰ ਦੱਸਣ ਦੀ ਕੋਸ਼ਿਸ਼ ਕਰ ਦਿੱਤੀ। ਕੁਝ ਲੋਕ ਆ ਜਿਹੜੇ ਦੱਸਦੇ ਹੀ ਹੈ ਨਹੀਂ, ਸ਼ਾਇਦ ਇਸੇ ਕਰਕੇ ਅੱਜ ਦੀ ਡੇਟ 'ਚ ਉੱਥੇ ਡਿਪਰੈਸ਼ਨ ਦਾ ਰੇਟ ਬਹੁਤ ਜ਼ਿਆਦਾ ਵਧਿਆ ਹੋਇਆ ਆ। ਤੇ ਸਭ ਤੋਂ ਪਹਿਲਾਂ ਕੁੜੀਆਂ ਲਈ ਕੀ ਪ੍ਰੈਫਰੈਂਸ ਹੁੰਦੀ ਕਿ ਕੁੜੀ ਆਪਣੇ ਰਿਸ਼ਤੇਦਾਰਾਂ ਕੋਲ ਰੁਕੂਗੀ? ਤੁਸੀਂ ਵੀ ਰਿਸ਼ਤੇਦਾਰਾਂ ਕੋਲ ਰੁਕੇ? ਹਾਂਜੀ, ਮੈਂ ਵੀ ਜਿੱਦਾਂ ਰਿਸ਼ਤੇਦਾਰ ਨਹੀਂ ਕਹਿ ਸਕਦੇ, ਫੈਮਿਲੀ ਫਰੈਂਡ ਸੀਗੇ ਸਾਡੇ। ਜਦੋਂ ਮੇਰਾ ਵੀਜ਼ਾ ਆਇਆ ਸੀਗਾ ਤਾਂ ਮੈਂ ਉਹਨਾਂ ਦੇ ਨਾਲ ਗੱਲ ਕੀਤੀ। ਇੱਥੇ ਸਾਡੇ ਕਾਫੀ ਵਧੀਆ ਰਿਲੇਸ਼ਨ ਸੀਗੇ ਹੈ ਨਾ, ਮੇਰੇ ਫਾਦਰ ਦੇ ਨੋਨ ਸੀਗੇ ਉਹ, ਅਤੇ ਇੱਥੇ ਉਹਨਾਂ ਦੇ ਵੀ ਬਹੁਤ ਸਾਰੇ ਕੰਮ ਕੀਤੇ ਮੈਂ ਹੈ ਨਾ। ਅਤੇ ਮੈਂ ਜਦੋਂ ਉਹਨਾਂ ਨੂੰ ਦੱਸਿਆ ਵੀ ਇੱਦਾਂ ਦਾ ਮੇਰਾ ਵੀਜ਼ਾ ਆਇਆ, ਤਾਂ ਮੈਨੂੰ ਅੱਗੋਂ ਇਹੀ ਹੁੰਗਾਰਾ ਮਿਲਿਆ ਵੀ ਬੇਟਾ ਤੂੰ ਆ ਜਾ, ਅਸੀਂ ਬੈਠੇ ਹਾਂ ਹੈ ਨਾ। ਅਤੇ ਉਹਨਾਂ ਨੇ ਮੈਨੂੰ ਉਸ ਟਾਈਮ ਇਹ ਗੱਲ ਕਹੀ ਵੀ ਜਦੋਂ ਤੱਕ ਤੇਰਾ ਹਸਬੈਂਡ ਨਹੀਂ ਆਉਂਦਾ ਤੂੰ ਬੇਫਿਕਰ ਹੋ ਕੇ ਸਾਡੇ ਕੋਲ ਰਹੀਂ। ਅਤੇ ਮੈਂ ਕੋਈ ਇਹ ਸੋਚ ਕੇ ਨਹੀਂ ਗਈ ਸੀ ਵੀ ਮੈਂ ਫ੍ਰੀ 'ਚ ਉੱਥੇ ਰਹਿਣਾ ਹੈ, ਕਿਉਂਕਿ ਦੇਖੋ ਫ੍ਰੀ 'ਚ ਤਾਂ ਕਿਤੇ ਵੀ ਨਹੀਂ ਰਿਹਾ ਜਾਂਦਾ ਹੈ ਨਾ। ਵੀ ਜੇ ਮੈਂ ਕਿਤੇ ਬਾਹਰ ਦੇ ਸਕਦੀ ਸੀ ਰੈਂਟ, ਤਾਂ ਮੈਂ ਉਹਨਾਂ ਨੂੰ ਵੀ ਰੈਂਟ ਦੇਣਾ ਹੀ ਸੀ। ਇੱਕ ਹੁੰਦਾ ਨਾ ਵੀ ਜਦੋਂ ਵੀ ਆਪਾਂ ਜਦੋਂ ਇੱਥੋਂ ਨਵੇਂ ਜਾਂਦੇ ਹਾਂ ਤਾਂ ਕੋਈ ਨਾ ਕੋਈ ਇੱਦਾਂ ਦਾ ਹੋਵੇ ਵੀ ਨਵਾਂ ਦੇਸ਼ ਆ ਹੈ ਨਾ, ਵੀ ਸਾਨੂੰ ਕੁਛ ਪਤਾ ਨਹੀਂ ਹੁੰਦਾ, ਜਿੱਥੇ ਅਸੀਂ ਪਹਿਲੀ ਵਾਰ ਜਾਣਾ ਔਰ ਇੰਨੀ ਦੂਰ ਜਾਣਾ ਆਪਣੀ ਫੈਮਿਲੀ ਤੋਂ, ਆਪਣੇ ਦੇਸ਼ ਤੋਂ। ਤਾਂ ਇਹ ਹੁੰਦਾ ਵੀ ਇੱਕ ਉਮੀਦ ਹੁੰਦੀ ਆ ਵੀ ਜਿਹੜੇ ਲੋਕ ਉੱਥੇ ਬੈਠੇ ਆ ਸਾਡੀ ਹੈਲਪ ਕਰਨਗੇ। ਵੀ ਸਟਾਰਟਿੰਗ ਦੇ ਵਿੱਚ ਹਰ ਇੱਕ ਜਗ੍ਹਾ ਜਾ ਕੇ ਔਖਾ ਹੁੰਦਾ ਹੀ ਆ, ਅਤੇ ਮੈਂ ਵੀ ਕੁਛ ਇੱਦਾਂ ਹੀ ਸੋਚ ਕੇ ਗਈ ਸੀ, ਕਿਉਂਕਿ ਮੈਨੂੰ ਬਹੁਤ ਪੋਜ਼ੀਟਿਵ ਰਿਸਪੌਂਸ ਮਿਲਿਆ ਸੀਗਾ। ਅਤੇ ਮੈਨੂੰ ਵੀ ਇਹੀ ਸੀ ਵੀ ਚਲੋ ਥੋੜ੍ਹੇ ਕੁ ਦਿਨ ਰਹਿ ਕੇ ਹੌਲੀ ਹੌਲੀ ਜੋਬ ਫਾਈਂਡ ਕਰੂੰਗੀ ਹੈ ਨਾ, ਜੋਬ ਫਾਈਂਡ ਕਰਕੇ ਪੈਸੇ ਕਮਾਉਣੇ ਸ਼ੁਰੂ ਕਰ ਦੂੰਗੀ, ਅਤੇ ਓਬਵੀਅਸ ਜੀ ਗੱਲ ਹੈ ਰੈਂਟ ਤਾਂ ਦੇਣਾ ਹੀ ਦੇਣਾ ਸੀਗਾ। ਪਰ 10 ਕੁ ਦਿਨ ਮੇਰੇ ਬਹੁਤ ਵਧੀਆ ਗਏ ਉੱਥੇ ਹੈ ਨਾ, ਉਹਨਾਂ ਨੇ ਬਹੁਤ ਵਧੀਆ ਮੇਰਾ ਸਾਥ ਦਿੱਤਾ। ਪਰ ਹੌਲੀ ਹੌਲੀ ਸਿਨੈਰੀਓ ਉੱਥੇ ਚੇਂਜ ਹੁੰਦਾ ਗਿਆ। ਪਤਾ ਨਹੀਂ ਇੱਦਾਂ ਦਾ ਕੀ ਹੋਇਆ, ਜਿਹੜੇ ਇੱਥੇ ਮੈਨੂੰ ਇੰਨਾ ਪਿਆਰ ਕਰਦੇ ਸੀਗੇ ਹੈ ਨਾ, ਇੰਨਾ ਵਧੀਆ ਰਿਲੇਸ਼ਨ ਹੁੰਦਾ ਸੀਗਾ, ਵੀ 10-12 ਦਿਨਾਂ ਬਾਅਦ ਹੀ ਚੇਂਜਸ ਆਉਣੇ ਸਟਾਰਟ ਹੋ ਗਏ। ਇੱਕ ਉੱਥੇ ਠੰਡ ਬਹੁਤ ਜ਼ਿਆਦਾ ਸੀਗੀ ਉਸ ਟਾਈਮ 'ਤੇ, ਮੈਂ ਗਈ ਸੀ ਦਸੰਬਰ 2021 ਦੇ ਵਿੱਚ, ਅਤੇ ਉਸ ਟਾਈਮ ਉੱਥੇ ਠੰਡ ਬਹੁਤ ਜ਼ਿਆਦਾ ਹੁੰਦੀ ਆ, ਅਤੇ ਉਹਦੇ ਚੱਕਰ ਦੇ ਵਿੱਚ ਹੀ ਮੈਨੂੰ ਜੋਬ ਵੀ ਨਹੀਂ ਮਿਲੀ। ਵੈਸੇ ਵੀ 2023 ਦੇ ਵਿੱਚ ਤਾਂ ਹੁਣ ਉੱਥੇ ਆਪਾਂ ਸੋਸ਼ਲ ਮੀਡੀਆ 'ਤੇ ਦੇਖੀ ਜਾਂਦੇ ਹਾਂ ਹੈ ਨਾ, ਵੀ ਜੋਬਸ ਦੀ ਬਹੁਤ ਕਮੀ ਆ ਗਈ ਆ, ਹੋਰ ਵੀ ਜ਼ਿਆਦਾ ਪ੍ਰੋਬਲਮ ਸਟਾਰਟ ਹੋ ਗਈਆਂ, ਰਿਸੈਸ਼ਨ ਵੀ ਸਟਾਰਟ ਹੋ ਚੁੱਕਿਆ ਹੁਣ ਤਾਂ। ਅਤੇ ਉਦੋਂ ਵੀ ਇਹ ਚੀਜ਼ ਹੈਗੀ ਸੀ ਵੀ ਜੋਬਸ ਦੀ ਕਮੀ ਹੋਣ ਕਰਕੇ ਮੈਨੂੰ ਵੀ ਜੋਬ ਨਹੀਂ ਮਿਲੀ। ਕਈ ਲੋਕ ਮੈਨੂੰ ਕਹਿ ਦਿੰਦੇ ਆ ਹੁਣ ਵੀ ਵੀ ਤੁਸੀਂ ਹੈ ਨਾ ਵੀ ਬਾਕੀਆਂ ਨੂੰ ਵੀ ਤਾਂ ਜੋਬ ਮਿਲ ਜਾਂਦੀ ਆ। ਜੋਬ ਮਿਲਣੀ ਸੌਖੀ ਨਹੀਂ ਹੈ, ਨੋ ਡਾਊਟ ਮਿਲਦੀ ਆ ਲੋਕਾਂ ਨੂੰ। ਜਾਂ ਤਾਂ ਮੇਰਾ ਉਹ ਟਾਈਮ ਵੀ ਗਲਤ ਸੀਗਾ ਜਾਣ ਦਾ ਹੈ ਨਾ, ਵੀ ਚਲੋ ਮੇਰਾ ਤਾਂ ਜਿਹੜਾ ਇਨਟੇਕ ਸੀਗਾ ਉਹ ਹੈ ਹੀ ਜਨਵਰੀ, ਜਾਣਾ ਤਾਂ ਮੈਂ ਦਸੰਬਰ 'ਚ ਹੀ ਸੀਗਾ ਹੈ ਨਾ, ਅਤੇ ਮੈਨੂੰ ਜੋਬ ਉਸ ਟਾਈਮ ਨਹੀਂ ਮਿਲੀ। ਕੁਛ ਮੈਨੂੰ ਲੋਕ ਨਹੀਂ ਚੰਗੇ ਮਿਲੇ ਵੀ ਜਿਨ੍ਹਾਂ ਦੇ ਥਰੂ ਜੋਬ ਮਿਲ ਜਾਵੇ। ਮੈਂ ਪਹਿਲਾਂ ਵੀ ਕਿਹਾ ਸੀਗਾ ਇਹ ਚੀਜ਼ ਵੀ ਉੱਥੇ ਨਾ ਸਿਫਾਰਿਸ਼ ਬਹੁਤ ਚੱਲਦੀ ਆ। ਆਪਾਂ ਕਹਿੰਦੇ ਵੀ ਸਿਰਫ ਇੰਡੀਆ 'ਚ ਹੀ ਸਿਫਾਰਿਸ਼ ਚੱਲਦੀ ਆ, ਪਰ ਉੱਥੇ ਵੀ ਸਿਫਾਰਿਸ਼ ਚੱਲਦੀ ਆ ਵੀ ਜੇ ਤਾਂ ਤੁਹਾਡਾ ਕੋਈ ਨੋਨ ਹੈਗਾ ਤੁਹਾਨੂੰ ਜਲਦੀ ਕੰਮ ਮਿਲ ਜੂਗਾ, ਅਦਰਵਾਈਜ਼ ਤੁਸੀਂ ਇੱਧਰ ਉੱਧਰ ਤੁਹਾਨੂੰ ਭਟਕਣਾ ਹੀ ਪੈਂਦਾ ਆ। ਮੈਨੂੰ ਹੁਣ ਵੀ ਸੁਣਨ ਨੂੰ ਮਿਲਦਾ ਵੀ ਲੈ ਘਰ ਬੈਠੇ ਕਾਲਾਂ ਕਰਦੀ ਰਹੀ ਬਸ ਹੈ ਨਾ, ਕਾਲਾਂ 'ਤੇ ਜੋਬ ਮਿਲਦੀ ਰਹੀ, ਵੀ ਲੱਭਣ ਦੀ ਕੋਸ਼ਿਸ਼ ਕਰਦੀ ਰਹੀ। ਤਾਂ ਮੈਂ ਵੀ ਰੈਜ਼ੂਮੇ ਵੀ ਡਰੋਪ ਕੀਤੇ, ਜਦੋਂ ਮੈਂ ਨਵੀਂ ਗਈ ਹਾਂ ਮੈਂ ਰੈਜ਼ੂਮੇ ਵੀ ਡਰੋਪ ਕੀਤੇ ਆ, ਕਾਲਸ ਵੀ ਕੀਤੀਆਂ ਆ। ਜੇ ਕਿਤੇ ਮੈਨੂੰ ਦਿਖਦਾ ਸੀ ਵੀ ਹਾਂ ਇੱਥੇ ਵੈਕੈਂਸੀ ਹੋਊਗੀ ਹੈ ਨਾ, ਤਾਂ ਮੈਂ ਉੱਥੇ ਵੀ ਟਰਾਈ ਕੀਤੀ, ਪਰ ਜੋਬ ਨਹੀਂ ਮਿਲੀ। ਅਤੇ ਉਹਦੇ ਕਰਕੇ ਵੀ ਕੁਛ ਉਹ ਵੀ ਪ੍ਰੋਬਲਮਸ ਆਉਣ ਲੱਗ ਗਈਆਂ, ਵੀ ਮੈਨੂੰ ਟੈਨਸ਼ਨ ਹੋਣ ਲੱਗ ਗਈ ਵੀ ਪੈਸੇ ਕਿੱਥੋਂ ਆਉਣਗੇ ਹੈ ਨਾ। ਨੋ ਡਾਊਟ ਆਪਾਂ ਨੂੰ ਜਾਂਦੇ ਹਾਂ ਹੀ GIC ਮਿਲਦੀ ਆ, ਪਰ ਉਹ ਵੀ ਕਿੰਨਾ ਕੁ ਟਾਈਮ ਰਹਿ ਜੂਗੀ, ਕਿੰਨਾ ਕੁ ਟਾਈਮ ਚੱਲ ਸਕਦੀ ਆ। ਫੀਸ ਜਮ੍ਹਾਂ ਕਰਨ ਦੀ ਵੀ ਟੈਨਸ਼ਨ ਹੁੰਦੀ ਹੈ ਵੀ ਅਗਲੇ ਜਿਹੜੇ ਸਮੈਸਟਰਸ ਦੀ ਫੀਸ ਆਉਣੀ ਆ ਉਹ ਵੀ ਆਪਾਂ ਪੇ ਕਰਨੀ ਆ, ਇੰਡੀਆ ਤੋਂ ਕਿੰਨੇ ਕੁ ਮੰਗਾਈ ਜਾਵਾਂਗੇ, ਰੈਂਟ ਵੀ ਪੇ ਕਰਨਾ ਆ, ਖਾਣ ਪੀਣ ਦਾ ਵੀ ਪੇ ਕਰਨਾ ਆ, ਬਹੁਤ ਸਾਰੀਆਂ ਚੀਜ਼ਾਂ ਹੋ ਜਾਂਦੀਆਂ ਹੈ ਨਾ। ਉੱਥੇ ਜ਼ਿਆਦਾ ਔਖਾ ਤਾਂ ਲੱਗਦਾ ਕਿਉਂਕਿ ਸਾਡੇ ਲਈ ਸਾਰੀਆਂ ਚੀਜ਼ਾਂ ਨਵੀਆਂ ਹੁੰਦੀਆਂ। ਸਟਰਗਲ ਇੰਡੀਆ ਦੇ ਵਿੱਚ ਵੀ ਹੈਗੀ ਆ ਹੈ ਨਾ, ਇੱਥੇ ਵੀ ਆਪਾਂ ਜੇ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ 'ਚ ਪੜ੍ਹਨ ਹੀ ਚਲੇ ਜਾਈਏ ਹੈ ਨਾ, ਐਜ਼ ਅ ਸਟੂਡੈਂਟ ਅਸੀਂ ਪੜ੍ਹਨ ਚਲੇ ਜਾਈਏ, ਪ੍ਰੋਬਲਮਸ ਇੱਥੇ ਵੀ ਆਉਂਦੀਆਂ ਆ, ਪਰ ਉੱਥੇ ਜ਼ਿਆਦਾ ਇਸ ਕਰਕੇ ਆ ਕਿਉਂਕਿ ਉਹ ਸਾਡੇ ਲਈ ਬਿਲਕੁਲ ਹੀ ਨਵਾਂ ਹੁੰਦਾ। ਕੁਝ ਲੋਕ ਸਾਥ ਨਹੀਂ ਦਿੰਦੇ, ਕਹਿੰਦੇ ਵੀ ਜਿਹੜੇ ਪੁਰਾਣੇ ਹੈਗੇ ਆ ਉੱਥੇ ਹੈ ਨਾ, ਇਹ ਹੁਣ ਵੀ ਸੋਸ਼ਲ ਮੀਡੀਆ 'ਤੇ ਵੀ ਇਹ ਦੇਖਣ ਨੂੰ ਮਿਲਦਾ ਹੀ ਆ, ਲੋਕ ਕਹਿੰਦੇ ਵੀ ਪੰਜਾਬੀ ਦੀਆਂ ਲੱਤਾਂ ਖਿੱਚਦੇ ਆ, ਕਿਤੇ ਨਾ ਕਿਤੇ ਤੱਕ ਇਹ ਗੱਲ ਸੱਚ ਵੀ ਹੈਗੀ ਆ। ਲੋਕੀ ਇਹ ਵੀ ਕਹਿ ਦਿੰਦੇ ਨੇ ਕਿ ਇਹ ਸਟਰੋਂਗ ਨਹੀਂ ਸੀ ਤਾਂ ਨਹੀਂ ਉੱਥੇ ਸਰਵਾਈਵ ਕਰ ਪਾਈ, ਨਹੀਂ ਤਾਂ ਹੋਰ ਵੀ ਬੱਚੇ ਨੇ, ਇੱਦਾਂ ਦੀਆਂ ਗੱਲਾਂ ਵੀ ਸੁਣਨ ਨੂੰ ਮਿਲਦੀਆਂ ਨੇ। ਮੈਮ ਬਹੁਤ, ਮੈਨੂੰ ਤਾਂ ਹੁਣ ਇਹ ਵੀ ਸੁਣਨ ਨੂੰ ਮਿਲਦਾ ਆ ਵੀ ਇਹ ਸਟਰੋਂਗ ਹੈ ਨਹੀਂ ਸੀ, ਇਹ ਮੈਂਟਲੀ ਪ੍ਰੀਪੇਅਰ ਨਹੀਂ ਸੀ, ਇਹਨੂੰ ਮੈਂਟਲੀ ਪ੍ਰੀਪੇਅਰ ਹੋ ਕੇ ਜਾਣਾ ਚਾਹੀਦਾ ਸੀਗਾ। ਜੇ ਮੈਮ ਮੈਂ ਇੱਥੇ ਮਿਹਨਤ ਕਰ ਸਕਦੀ ਹਾਂ ਹੈ ਨਾ, ਮੈਂ ਜਦੋਂ ਮੇਰੇ ਫਾਦਰ ਦੀ ਡੈਥ ਹੋਈ ਸੀਗੀ ਉਸ ਤੋਂ ਬਾਅਦ ਘਰ ਦੇ ਵਿੱਚ ਕੋਈ ਕਮਾਉਣ ਵਾਲਾ ਨਹੀਂ ਸੀਗਾ, ਮੇਰੀ ਮੰਮੀ ਅਤੇ ਮੈਂ ਸੀਗੇ, ਤਾਂ ਮੈਂ ਉਸ ਟਾਈਮ ਇੱਥੇ ਰਹਿ ਕੇ ਵੀ ਮੈਮ 3 ਜੋਬਸ ਕੀਤੀਆਂ ਆ। ਮੈਂ
ਟਿਊਸ਼ਨਸ ਵੀ ਦਿੰਦੀ ਹੁੰਦੀ ਸੀਗੀ ਹੈ ਨਾ, ਹੋਰ ਵੀ 2 ਅਲੱਗ ਤੋਂ ਜੌਬਸ ਕਰਦੀ ਹੁੰਦੀ ਸੀ ਤਾਂ ਕਿ ਮੇਰੇ ਘਰ ਦਾ ਖਰਚਾ ਚੱਲ ਸਕੇ। ਮੇਰੀ ਮੰਮੀ ਦੀ ਪ੍ਰੋਬਲਮ ਸੀਗੀ ਹੈ ਨਾ, ਉਹਨਾਂ ਨੂੰ ਹਾਰਟ ਦੀ ਪ੍ਰੋਬਲਮ ਸੀਗੀ, ਵੀ ਉਹਨਾਂ ਨੂੰ ਵੀ ਮੈਂ ਠੀਕ ਕਰ ਸਕਾਂ। ਨਾਲ ਦੀ ਨਾਲ ਹੀ ਉਸ ਟਾਈਮ ਮੈਂ ਗ੍ਰੈਜੂਏਸ਼ਨ ਫਸਟ ਈਅਰ ਦੇ ਵਿੱਚ ਸੀਗੀ ਜਦੋਂ ਮੇਰੇ ਪਾਪਾ ਦੀ ਡੈਥ ਹੋਈ, ਤਾਂ ਮੈਂ ਆਪਣੀ ਸਟੱਡੀ ਵੀ ਕੀਤੀ, ਗ੍ਰੈਜੂਏਸ਼ਨ ਕੀਤੀ, ਪੋਸਟ ਗ੍ਰੈਜੂਏਸ਼ਨ ਕੀਤੀ, ਨਾਲ ਦੀ ਨਾਲ ਮੈਂ ਘਰ ਵੀ ਚਲਾਇਆ। ਜੇ ਮੈਂ ਇੱਥੇ ਰਹਿ ਕੇ ਇੰਨੀਆਂ ਚੀਜ਼ਾਂ ਕਰ ਸਕਦੀ ਹਾਂ ਤਾਂ ਮੈਂ ਮੈਂਟਲੀ ਪ੍ਰੀਪੇਅਰ ਹੀ ਸੀ ਮੈਮ ਜਦੋਂ ਮੈਂ ਜਾਣਾ ਸੀ। ਪਰ ਉੱਥੇ ਦੇ ਹਾਲਾਤ ਇੱਦਾਂ ਦੇ ਹੁੰਦੇ ਆ ਨਾ ਵੀ ਤੁਹਾਡੀ ਮੈਂਟਲ ਸਟੇਟ ਨੂੰ ਕਿਤੇ ਦੀ ਕਿਤੇ ਕਰ ਦਿੰਦੇ ਆ, ਜਦੋਂ ਤੁਹਾਡਾ ਲੋਕ ਸਾਥ ਨਹੀਂ ਦਿੰਦੇ ਹੈ ਨਾ, ਤੁਹਾਨੂੰ ਹਰ ਪਾਸਿਓਂ ਧੱਕੇ ਮਿਲਦੇ ਪਏ ਆ, ਤਾਂ ਓਬਵੀਅਸ ਜੀ ਗੱਲ ਹੈ ਵੀ ਤੁਹਾਨੂੰ ਇਹ ਦਿੱਕਤਾਂ ਆਉਂਦੀਆਂ ਆ। ਔਰ ਜਦੋਂ ਤੁਹਾਡੇ ਸਰੀਰ ਤੇ ਗੱਲ ਆ ਜਾਂਦੀ ਨਾ, ਜਦੋਂ ਤੁਹਾਡੇ ਸਰੀਰ ਦੇ ਵਿੱਚ ਪ੍ਰੋਬਲਮ ਆਉਣੀਆਂ ਸਟਾਰਟ ਹੋ ਜਾਂਦੀਆਂ, ਉਦੋਂ ਤਾਂ ਫਿਰ ਬੰਦਾ ਥੋੜੀ ਜਿਹੀ ਹਾਰ ਮੰਨਦਾ ਹੀ ਮੰਨਦਾ ਆ। ਤੇ ਫੈਮਿਲੀ ਦੀ ਸਪੋਰਟ ਇੱਧਰ ਸਹੁਰਾ ਪਰਿਵਾਰ ਵੱਲੋਂ ਕਿਹੋ ਜਿਹੀ ਸੀਗੀ ਕਿ ਜਦੋਂ ਤੁਸੀਂ ਇਹ ਗੱਲ ਕਹੀ ਕਿ ਮੈਂ ਵਾਪਸ ਆਉਣਾ? ਪਹਿਲਾਂ ਤਾਂ ਮੈਮ ਹੈਗੀ ਸੀ, ਜਦੋਂ ਮੈਂ ਉਹਨਾਂ ਨੂੰ ਕਿਹਾ ਵੀ ਹਾਂ ਮੈਂ ਵਾਪਸ ਆਉਣਾ ਆ, ਕਿਉਂਕਿ ਮੈਂ ਫਸਟਲੀ ਆਪਣੇ ਹਸਬੈਂਡ ਨਾਲ ਗੱਲ ਕੀਤੀ ਹੈ ਨਾ, ਤਾਂ ਉਹਨਾਂ ਨੇ ਇਹ ਚੀਜ਼ ਕਹੀ ਵੀ ਅਸੀਂ ਤੇਰੇ ਨਾਲ ਆ, ਵੀ ਤੂੰ ਹੈ ਨਾ ਕੋਸ਼ਿਸ਼ ਕਰ, ਵੀ ਰਹਿ ਬੇਟਾ, ਵੀ ਤੇ ਇੰਨੇ ਪੈਸੇ ਲੱਗੇ ਆ। ਤੇ ਪਹਿਲਾਂ ਮੈਨੂੰ ਵੀ ਇਦਾਂ ਹੁੰਦਾ ਸੀਗਾ ਸਿਹਤ ਕਰਕੇ ਵੀ ਨਹੀਂ ਮੈਂ ਵਾਪਸ ਹੀ ਜਾਣਾ, ਪਰ ਫਿਰ ਮੇਰੇ ਵੀ ਦਿਮਾਗ 'ਚ ਇਹ ਚੀਜ਼ ਆਈ ਵੀ ਨਹੀਂ ਹੈ ਨਾ, ਵੀ ਪੈਸੇ ਵੀ ਲੱਗੇ ਹੋਏ ਆ, ਵੀ ਮੈਂ ਸਾਰਾ ਕੁਝ ਛੱਡ ਕੇ ਇੱਥੇ ਆਪਣੀ ਲਾਈਫ ਬਣਾਉਣ ਆਈ ਆ, ਵੀ ਮੈਨੂੰ ਟਰਾਈ ਕਰਨਾ ਚਾਹੀਦਾ। ਮੈਂ ਬਹੁਤ ਕੋਸ਼ਿਸ਼ ਕੀਤੀ, ਪਰ ਉਸ ਟਾਈਮ ਤੇ ਮੇਰੇ ਸਰੀਰ ਨੇ ਮੇਰਾ ਸਾਥ ਛੱਡ ਦਿੱਤਾ। ਉਸ ਟਾਈਮ ਤੇ ਡਿਪਰੈਸ਼ਨ ਮੇਰੇ ਤੇ ਇੰਨਾ ਹਾਵੀ ਹੋ ਗਿਆ, ਪੀਸੀਓਡੀ ਦੀ ਸ਼ਿਕਾਰ ਹੋ ਗਈ ਮੈਂ, ਵਾਈਟਮਿਨਸ ਡ੍ਰੌਪ ਹੋ ਗਏ, ਫੀਵਰ ਰਹਿਣ ਲੱਗ ਗਿਆ, ਤੇ ਇੰਨਾ ਕੁ ਬੁਰਾ ਹਾਲ ਹੋਣ ਲੱਗ ਗਿਆ ਵੀ ਉੱਠਿਆ ਹੀ ਨਹੀਂ ਸੀ ਜਾਂਦਾ। ਤੇ ਜਦੋਂ ਮੈਂ ਇਹ ਗੱਲ ਕਹਿੰਦੀ ਆ ਨਾ ਮੈਮ, ਕਈ ਲੋਕ ਇਹ ਚੀਜ਼ ਕਹਿੰਦੇ ਆ ਵੀ ਤੇਰਾ ਸਰੀਰ ਦੇਖ ਕੇ ਪਤਾ ਲੱਗਦਾ, ਤੇਰੇ ਤੋਂ ਵੈਸੇ ਹੀ ਨਹੀਂ ਸੀ ਉੱਠਿਆ ਜਾਣਾ ਹੈ ਨਾ, ਉਹ ਕਹਿੰਦੇ ਨਾ ਵੀ ਲੋਕੀ ਗੱਲਾਂ ਕਰਨੋਂ ਹਟਦੇ ਨਹੀਂ ਹੈਗੇ। ਪਰ ਮੈਂ ਉਹਨਾਂ ਲੋਕਾਂ ਨੂੰ ਇਹੀ ਕਹਿਣਾ ਚਾਹੂੰਗੀ ਵੀ ਜੇ ਅੱਜ ਮੈਂ ਮੋਟੀ ਆ ਹੈ ਨਾ, ਮੈਂ ਪ੍ਰਾਊਡਲੀ ਕਹਿੰਦੀ ਹਾਂ ਮੈਂ ਮੋਟੀ ਹੈਗੀ ਆ, ਜੇ ਅੱਜ ਮੈਂ ਮੋਟੀ ਹੈਗੀ ਆ ਤਾਂ ਹੋ ਸਕਦਾ ਉਹਦਾ ਰੀਜ਼ਨ ਇੱਕ ਬਿਮਾਰੀ ਵੀ ਹੋਵੇ, ਕਿਉਂਕਿ ਮੈਨੂੰ ਪੀਸੀਓਡੀ ਹੋਈ ਸੀ, ਡਿਪਰੈਸ਼ਨ ਸੀ, ਸਟ੍ਰੈਸ ਸੀ, ਇਹਨਾਂ ਰੀਜ਼ਨਸ ਦੇ ਕਰਕੇ ਬੰਦੇ ਦਾ weight ਪੁੱਟ ਔਨ ਹੁੰਦਾ ਹੀ ਹੁੰਦਾ ਆ। ਮੇਰਾ weight ਮੈਮ 20 ਕਿਲੋ ਵਧਿਆ 3 ਮਹੀਨਿਆਂ ਦੇ ਵਿੱਚ। ਪਹਿਲਾਂ ਮੈਂ ਇੰਨੀ ਫੈਟੀ ਨਹੀਂ ਸੀਗੀ, ਪਰ ਉੱਥੇ ਜਾ ਕੇ ਜਦੋਂ ਸਟ੍ਰੈਸ ਦੀ ਸ਼ਿਕਾਰ ਹੋਈ ਤਾਂ ਮੇਰਾ weight 20 ਕਿਲੋ 3 ਮਹੀਨਿਆਂ ਦੇ ਵਿੱਚ ਵੱਧ ਗਿਆ। ਤੇ ਉਹਦਾ ਲੋਕ ਮਜ਼ਾਕ ਉਡਾਉਂਦੇ ਆ ਵੀ ਇਹ ਤਾਂ ਖਾਂਦੀ ਰਹੀ ਆ, ਇਹ ਤਾਂ ਇੱਦਾਂ ਰਹੀ ਹੈ। ਚਲੋ ਜੇ ਵੱਧ ਵੀ ਗਿਆ ਹੈ ਨਾ, ਮੈਂ ਮੋਟੀ ਪਹਿਲਾਂ ਵੀ ਸੀਗੀ ਜਾਂ ਮੈਂ ਬਾਅਦ ਵਿੱਚ ਹੋਈ, ਪਰ ਮੇਰਾ ਮੰਨਣਾ ਇਹ ਆ, ਜਾਂ ਮੈਨੂੰ ਲੱਗਦਾ ਹੋਰ ਵੀ ਬਹੁਤ ਸਾਰੇ ਲੋਕਾਂ ਦਾ ਮੰਨਣਾ ਇਹ ਹੋਊਗਾ, ਮੋਟੇ ਜਾਂ ਪਤਲੇ ਹੋਣਾ ਇਹ ਡਿਸਾਈਡ ਨਹੀਂ ਕਰਦਾ ਵੀ ਤੁਸੀਂ ਮਿਹਨਤ ਕਰ ਸਕਦੇ ਹੋ ਕਿ ਨਹੀਂ ਕਰ ਸਕਦੇ, ਹੈ ਨਾ। ਮਿਹਨਤ ਹਰ ਇੱਕ ਬੰਦਾ ਕਰ ਹੀ ਲੈਂਦਾ। ਇੱਥੇ ਮੇਰੇ ਤੋਂ ਵੀ ਬਹੁਤ ਮੋਟੇ ਮੋਟੇ ਬੰਦੇ ਬੈਠੇ ਆ ਮੈਮ, ਜਿਹੜੇ ਮਿਹਨਤ ਕਰਦੇ ਆ। ਸੋ ਸਾਰਿਆਂ ਨੂੰ ਇਹੀ ਕਹੂੰਗੀ ਵੀ ਬੋਡੀ ਸ਼ੇਮਿੰਗ ਤਾਂ ਨਾ ਹੀ ਕਰਿਆ ਕਰੋ, ਵੀ ਅੱਜ ਕੱਲ੍ਹ ਨਾ ਹਰ ਇੱਕ ਘਰ ਦੇ ਵਿੱਚ ਇੱਕ ਨਾ ਇੱਕ ਮੋਟਾ ਬੰਦਾ ਹੈਗਾ ਹੀ ਹੈਗਾ ਆ। ਵੀਰੇ ਤੁਸੀਂ ਏਡਾ ਜਿਗਰਾ ਕਿਵੇਂ ਕੱਢਿਆ ਕਿ ਤੁਹਾਡੀ ਵਾਈਫ ਨੇ ਕੈਨੇਡਾ ਜਾ ਕੇ ਉੱਥੋਂ ਵਾਪਸ ਆਏ ਤੇ ਤੁਸੀਂ ਪੂਰੀ ਸਪੋਰਟ ਦਿੱਤੀ ਉਹਨਾਂ ਨੂੰ? ਮੈਮ ਮੈਂ ਇਹੀ ਸੋਚਿਆ ਕਿ ਮੇਰਾ ਹੱਕ ਬਣਦਾ ਆ ਕਿ ਜੋ ਕਿ ਬਿਮਾਰੀ 'ਚ ਹੈਗੀ ਹੈ ਜਾਂ ਕਿਸੇ ਵੀ ਪਰੇਸ਼ਾਨੀ 'ਚ ਹੈ, ਤਾਂ ਉਹਨੂੰ ਕੱਢਣਾ ਉਹਦੇ ਵਿੱਚੋਂ ਮੇਰਾ ਹੀ ਹੈ ਹੱਕ। ਕਿਉਂਕਿ ਜੇ ਮੈਮ ਜੇ ਉਹਨਾਂ ਵਿਆਹ ਕਰਵਾਇਆ, ਜੇ ਮੈਂ ਉਹਦੇ ਨਾਲ ਰਹਿਣਾ, ਤਾਂ ਮੇਰਾ ਹੀ ਹੱਕ ਬਣਦਾ ਉਹਨੂੰ ਵੀ ਵਾਪਸ ਬੁਲਾਇਆ ਜਾਵੇ, ਉਹਨੂੰ ਠੀਕ ਕੀਤਾ ਜਾਵੇ। ਹਾਂਜੀ, ਮਨ ਵਿੱਚ ਇਹ ਖਿਆਲ ਆਇਆ ਸੀ ਵੀ ਇੰਨੇ ਪੈਸੇ ਲੱਗ ਗਏ, ਬਦਨਾਮੀ ਵਾਧੂ ਦੀ ਹੋਊਗੀ, ਪੈਸੇ ਵੀ ਬਰਬਾਦ ਹੋ ਗਏ, ਹੁਣ ਕੀ ਕਰਾਂਗੇ? ਮੈਮ ਬਦਨਾਮੀ ਬਾਰੇ ਤਾਂ ਨਹੀਂ ਮੈਂ ਇੰਨਾ ਸੋਚਿਆ ਹੈਗਾ। ਬਾਕੀ ਇਹ ਮੈਮ ਲੱਗਦਾ ਹੈ ਕਿ ਜਿੱਦਾਂ ਪੈਸੇ ਲੱਗੇ ਆ, ਫੈਮਿਲੀ ਦੇ ਵੀ ਲੱਗੇ, ਇਹਨਾਂ ਦੇ ਵੀ ਲੱਗੇ, ਮੈਨੂੰ ਇਹ ਕਿ ਦੋਨੋਂ ਪਾਸੋਂ ਪੈਸੇ ਜਾਣਗੇ, ਕਿਉਂਕਿ ਮੈਮ ਕੁਛ ਨਹੀਂ ਬਚਦਾ, ਇੰਨੇ ਪੈਸੇ ਲੱਗ ਜਾਂਦੇ ਬੰਦੇ ਕੋਲ, ਕੁਛ ਬਚਦਾ ਨਹੀਂ। ਪਰ ਜਦੋਂ ਮੈਮ ਵੇਖਿਆ ਜਾਵੇ ਕਿ ਇੰਨੇ ਬਿਮਾਰ ਹੋ ਰਹੇ ਆ, ਮੈਨੂੰ ਪਤਾ ਹੈਗਾ ਕਿ ਹੁਣ ਮੈਮ ਸਾਡਾ ਪਿਆਰ ਵੀ ਹੈਗਾ, ਇਸ ਕਰਕੇ ਮੈਮ ਕੁਛ ਨਹੀਂ ਸੋਚਿਆ, ਮੈਂ ਵਾਪਸ ਬੁਲਾ ਲਿਆ ਹੈਗਾ। ਤੇ ਜਦੋਂ ਵਾਪਸ ਆਏ ਘਰਦਿਆਂ ਦਾ ਕੀ ਰਿਐਕਸ਼ਨ ਸੀ, ਰਿਸ਼ਤੇਦਾਰਾਂ ਦਾ ਕੀ ਰਿਐਕਸ਼ਨ ਸੀ? ਮਿਕਸ ਜਿਹਾ ਰਿਐਕਸ਼ਨ ਸੀ ਮੈਮ, ਕੁਝ ਲੋਕ ਨਾਲ ਸੀਗੇ, ਕੁਝ ਲੋਕ ਨਾਲ ਨਹੀਂ ਸੀਗੇ, ਕਈ ਲੋਕ ਗੱਲਾਂ ਵੀ ਕਰਨ ਲੱਗ ਗਏ। ਤੇ ਉਸ ਟਾਈਮ ਤਾਂ ਮੈਂ ਵੈਸੇ ਹੀ ਡਿਪਰੈਸ਼ਨ ਦੇ ਨਾਲ ਪ੍ਰੋਬਲਮ 'ਚ ਸੀਗੀ ਹੈ ਨਾ, ਤਾਂ ਉਦੋਂ ਵੀ ਇਹਨਾਂ ਦਾ ਹੀ ਸਾਥ ਰਿਹਾ, ਇਹਨਾਂ ਨੇ ਬਹੁਤ ਸਾਥ ਦਿੱਤਾ। ਇਹਨਾਂ ਨੇ ਕਿਹਾ ਵੀ ਤੂੰ ਲੋਕਾਂ ਦੀ ਪਰਵਾਹ ਕਰਨੀ ਛੱਡ ਦੇ, ਜਿਹੜਾ ਤੈਨੂੰ ਜੋ ਕਹਿੰਦਾ ਕਹੀ ਜਾਣਦੇ, ਲੋਕਾਂ ਦਾ ਕੰਮ ਹੁੰਦਾ ਕਹਿਣਾ, ਹੁਣ ਵੀ ਕਹੀ ਜਾਂਦਾ। 1 ਸਾਲ ਹੋ ਗਿਆ ਮੈਮ ਇਸ ਗੱਲ ਨੂੰ, ਮੈਂ ਜੇ ਅੱਜ ਅੱਗੇ ਆ ਕੇ ਇਹ ਇੰਟਰਵਿਊਜ਼ ਕਰਦੀ ਪਈਆਂ ਹੈ ਨਾ, ਮੈਂ ਪੂਰੀ ਪ੍ਰਿਪੇਅਰ ਹੋ ਕੇ ਕੀਤਾ, ਕਿਉਂਕਿ 6-7 ਮਹੀਨੇ ਤਾਂ ਪਹਿਲਾਂ ਵੈਸੇ ਹੀ ਮਾਈਂਡ ਅਪਸੈਟ ਜਿਹਾ ਰਿਹਾ ਹੈ ਨਾ। ਹੌਲੀ ਹੌਲੀ ਜਦੋਂ ਆਪਣੀ ਹੋਸ਼ ਦੇ ਵਿੱਚ ਆਈ ਵੀ ਹਾਂ ਨਹੀਂ ਠੀਕ ਆ, ਇੱਥੇ ਵੀ ਲਾਈਫ ਵਧੀਆ ਬਣ ਜੂਗੀ ਹੈ ਨਾ, ਵੀ ਜਦ ਇਹਨਾਂ ਦਾ ਸਾਥ ਮੇਰੇ ਨਾਲ ਹੈ, ਫਿਰ ਮੈਨੂੰ ਕਿਸ ਚੀਜ਼ ਦੀ ਟੈਨਸ਼ਨ ਆ, ਤਾਂ ਮੈਂ ਉਹਨਾਂ ਚੀਜ਼ਾਂ ਨੂੰ ਹੁਣ ਪਿੱਛੇ ਛੱਡ ਦਿੱਤਾ। ਉਸ ਟਾਈਮ ਇਹੀ ਗੱਲਾਂ ਕਰਕੇ ਡਿਪਰੈਸ਼ਨ ਇੰਨਾ ਜ਼ਿਆਦਾ ਹੈਵੀ ਹੋਇਆ ਸੀ, ਤਾਂ ਹੁਣ ਮੈਂ ਇਹਨਾਂ ਚੀਜ਼ਾਂ ਬਾਰੇ ਸੋਚਦੀ ਨਹੀਂ, ਕਿਉਂਕਿ ਲੋਕਾਂ ਦਾ ਕੰਮ ਆ ਬੋਲਣਾ। ਸੋ ਹੁਣ ਥੋੜਾ ਫੈਮਿਲੀ ਦਾ ਵੀ ਸਪੋਰਟ ਹੈਗਾ, ਇਹਨਾਂ ਦਾ ਤਾਂ ਸਪੋਰਟ ਹੈਗਾ ਹੀ ਹੈਗਾ ਆ। ਲੋਕ ਤਾਂ ਹਲੇ ਵੀ ਗੱਲਾਂ ਕਰੀ ਜਾਂਦੇ ਆ, ਸ਼ਾਇਦ ਸਾਰੀ ਜ਼ਿੰਦਗੀ ਇਹ ਟੈਗ ਲੱਗਿਆ ਹੀ ਰਹੂਗਾ ਵੀ ਕੈਨੇਡਾ ਤੋਂ ਨਾਕਾਮਯਾਬ ਹੋ ਕੇ ਵਾਪਸ ਆ ਗਈ। ਮਤਲਬ ਬਹੁਤ ਸਾਰੇ ਇਦਾਂ ਦੇ ਕੇਸਿਸ ਵੀ ਆਪਾਂ ਦੇਖਦੇ ਹਾਂ, ਜੇ ਵਿਆਹ ਤੋਂ ਬਾਅਦ ਕੁੜੀਆਂ ਕੈਨੇਡਾ ਜਾ ਕੇ ਮੁੱਕਰ ਜਾਂਦੀਆਂ ਨੇ, ਹੈਨਾ, ਤੇ ਉਹ ਵੀ ਕੇਸ ਆਪਾਂ ਦੇਖਦੇ ਹਾਂ। ਪਰ ਤੁਸੀਂ ਮਤਲਬ
ਕੋਸ਼ਿਸ਼ ਕੀਤੀ ਪਰ ਆ ਨਹੀਂ ਕਿ ਵੀ ਮੈਂ ਪਰਿਵਾਰ ਤੋਂ ਉਖੜ ਜਾ, ਉਹਦਾ ਕੀ ਰੀਜ਼ਨ ਮੰਨਦੇ ਹੋ ਕਿ ਉਹ ਉੱਥੇ ਜਾ ਕੇ ਅਜਿਹਾ ਬਿਹੇਵ ਕਰਦੀਆਂ ਨੇ ਜਾਂ ਘਰਦਿਆਂ ਨੂੰ ਇੱਥੇ ਛੱਡ ਦਿੰਦੀਆਂ ਨੇ? ਮੈਮ ਉਹਦਾ ਰੀਜ਼ਨ ਜੋ ਮੈਨੂੰ ਲੱਗਦਾ ਉਹ ਇਹੀ ਆ ਵੀ ਜਿੱਦਾਂ ਕਈ ਕੁੜੀਆਂ ਨੂੰ ਲਾਲਚ ਵੀ ਹੁੰਦਾ ਹੈ, ਹਰ ਇੱਕ ਕੁੜੀ ਇਦਾਂ ਦੀ ਨਹੀਂ ਹੈ ਹਨਾ। ਕਈ ਕੁੜੀਆਂ ਨੂੰ ਲਾਲਚ ਵੀ ਹੁੰਦਾ ਹੈ ਵੀ ਜਿਨ੍ਹਾਂ ਨੇ ਇੱਥੇ ਕੁਝ ਨਹੀਂ ਦੇਖਿਆ ਹੁੰਦਾ। ਇੱਥੇ ਆਪਣੇ ਥੋੜੇ ਪੇਰੈਂਟਸ ਦੀ ਵੀ ਕਈਆਂ ਦੀ ਗਲਤੀ ਹੁੰਦੀ ਆ, ਕਿਉਂਕਿ ਉਹ ਨਾ ਇੱਕ ਟਾਈਮ ਤਾਂ ਹੁੰਦਾ ਵੀ ਕੁੜੀਆਂ ਨੂੰ ਇੰਨਾ ਕੁ ਬਾਉਂਡ ਕਰਕੇ ਰੱਖਦੇ ਆ ਵੀ ਆਪਾਂ ਇਹਨਾਂ ਨੂੰ ਬਾਹਰ ਨਹੀਂ ਜਾਣ ਦੇਣਾ, ਜੇ ਸਕੂਲ ਵੀ ਜਾਣਾ ਤਾਂ ਆਪ ਛੱਡ ਕੇ ਆਣਾ ਹੈ ਨਾ। ਵੀ ਜਾਂ ਕਈ ਫੈਮਲੀਜ਼ 'ਚ ਐਦਾਂ ਵੀ ਹੁੰਦਾ ਵੀ ਸਿਰ ਤੇ ਚੁੰਨੀ ਲੈ ਕੇ ਰੱਖੋ, ਤੁਹਾਨੂੰ ਮੁੰਡੇ ਦੇਖਣਗੇ ਜਾਂ ਟੀਜ਼ ਕਰਨਗੇ। ਇੱਥੇ ਤਾਂ ਆਪਾਂ ਉਹਨਾਂ ਨੂੰ ਇੰਨਾ ਬਾਉਂਡ ਕਰਕੇ ਰੱਖਦੇ ਆ। ਜਦੋਂ ਫਿਰ ਬਾਹਰ ਦੀ ਗੱਲ ਆਉਂਦੀ ਹੈ, ਕਿਉਂਕਿ ਅੱਜ ਕੱਲ੍ਹ ਆਪਣੇ ਪੰਜਾਬ ਦੇ ਵਿੱਚ ਭੇਡ ਚਾਲ ਚੱਲੀ ਹੋਈ ਆ ਵੀ ਜਦੋਂ ਬਾਹਰ ਦੀ ਗੱਲ ਆਉਂਦੀ ਹੈ ਜਿੱਦਾਂ ਮਰਜ਼ੀ ਕਰਕੇ ਤੋਰ ਦੇਣੀ ਆ ਬਾਹਰ, ਹੈ ਨਾ। ਬਾਹਰ ਤੋਰਤੀ ਉਹਨਾਂ ਨੂੰ, ਕੁੜੀਆਂ ਨੂੰ ਫਿਰ ਉੱਥੇ ਜਾ ਕੇ ਰੰਗ ਪਤਾ ਲੱਗਦਾ ਵੀ ਐਕਚੁਅਲ ਦੇ ਵਿੱਚ ਜ਼ਿੰਦਗੀ ਹੁੰਦੀ ਕਿੱਦਾਂ ਦੀ ਆ, ਹੈ ਨਾ, ਜਾਂ ਐਕਚੁਅਲ ਦੇ ਵਿੱਚ ਬਾਹਰ ਨਿਕਲ ਕੇ ਕੀ ਕੀ ਚੀਜ਼ਾਂ ਆ। ਤਾਂ ਮੈਨੂੰ ਇਹ ਚੀਜ਼ ਲੱਗਦੀ ਵੀ ਸ਼ਾਇਦ ਉਸ ਕਰਕੇ ਇਹ ਚੀਜ਼ਾਂ ਹੁੰਦੀਆਂ, ਹੈ ਨਾ। ਜਾਂ ਕਈ ਸੋਚਦੇ ਆ ਵੀ ਲਾਲਚ ਦੇ ਕਰਕੇ ਸਾਨੂੰ ਬਾਹਰ ਭੇਜਿਆ, ਉਹ ਵੀ ਰੀਜ਼ਨ ਹੋ ਸਕਦੇ ਆ। ਕਾਫੀ ਸਾਰੇ ਰੀਜ਼ਨਸ ਹੈ ਜਿਹੜੀਆਂ ਕੁੜੀਆਂ ਐਦਾਂ ਕਰਦੀਆਂ ਆ ਉਹਦੇ ਪਿੱਛੇ। ਤੁਹਾਨੂੰ ਕੀ ਲੱਗਦਾ ਕਿ ਜਿਹੜੇ ਬੱਚੇ ਬਾਹਰ ਜਾਂਦੇ ਨੇ, ਸਟੂਡੈਂਟ ਬਾਹਰ ਜਾਂਦੇ ਨੇ, ਉਹਨਾਂ ਦੀ ਇੱਥੋਂ ਮਤਲਬ ਫਾਈਨੈਂਸ਼ੀਅਲੀ ਤਾਂ ਚਲੋ ਤੁਸੀਂ ਸਪੋਰਟ ਕਰਤੀ ਉਹਨਾਂ ਨੂੰ, ਹੈ ਨਾ, ਪੈਸੇ ਲਾ ਕੇ ਭੇਜ ਦਿੱਤਾ, ਤੇ ਪੇਰੈਂਟਸ ਦੀ ਇਮੋਸ਼ਨਲੀ ਸਪੋਰਟ ਦੀ ਕਿੰਨੀ ਕੁ ਲੋੜ ਹੁੰਦੀ ਆ? ਮੈਮ ਬਹੁਤ ਜ਼ਿਆਦਾ ਇਮੋਸ਼ਨਲ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਹੈ। ਦੇਖੋ ਜਿਹੜਾ ਬੰਦਾ ਵੀ ਪੈਸੇ ਲਾ ਕੇ ਜਾ ਰਿਹਾ ਆ, ਓਬਵੀਅਸ ਜੀ ਗੱਲ ਹੈ ਉਹਨੇ ਕਿਤੇ ਨਾ ਕਿਤੋਂ ਇਕੱਠੇ ਕੀਤੇ ਆ ਜਾਂ ਉਹਦੇ ਕੋਲ ਹੈਗੇ ਆ, ਹੈ ਨਾ। ਉਹ ਲਾ ਕੇ ਭੇਜਦਾ ਪਿਆ ਤਾਂ ਉਹਦੇ ਕੋਲ ਪੈਸੇ ਹੈਗੇ ਸੀ ਤਾਂ ਹੀ ਲਾਏ ਆ, ਹੈ ਨਾ। ਪਰ ਉੱਥੇ ਜਾ ਕੇ ਜਦੋਂ ਇੱਕ ਕੱਲੀ ਕੁੜੀ ਜਾਂ ਕੱਲਾ ਮੁੰਡਾ ਵੀ, ਹੈ ਨਾ, ਮੁੰਡੇ ਵੀ ਡਿਪਰੈਸ਼ਨ ਦਾ ਸ਼ਿਕਾਰ ਹੁੰਦੇ ਆ। ਸੋ ਜਦੋਂ ਉੱਥੇ ਜਾਂਦੇ ਆ, ਉੱਥੇ ਆਲਮੋਸਟ ਸਾਰਿਆਂ ਨਾਲ ਇਹ ਚੀਜ਼ ਇੱਕ ਵਾਰੀ ਤਾਂ ਹੁੰਦੀ ਹੋਈ ਹੁੰਦੀ ਆ ਕਿਉਂਕਿ ਸਾਰੇ ਜਾਣੇ ਉੱਥੇ ਆਪਣੀ ਆਪਣੀ ਲਾਈਫ ਦੇ ਵਿੱਚ ਬਿਜ਼ੀ ਆ। ਆਪਾਂ ਨੂੰ ਇਮੋਸ਼ਨਲ ਸਪੋਰਟ ਦੀ ਤਾਂ ਬਹੁਤ ਲੋੜ ਹੁੰਦੀ ਹੀ ਹੁੰਦੀ ਆ, ਕਿਉਂਕਿ ਜੇ ਆਪਾਂ ਕਹੀਏ ਵੀ ਇਕੱਲਾ ਹੀ ਬੰਦਾ ਮੈਦਾਨ ਫਤਿਹ ਕਰ ਲੂਗਾ, ਇਹ ਗੱਲ ਤਾਂ ਝੂਠੀ ਆ ਮੈਮ। ਚਾਹੇ ਉਹ ਇੰਡੀਆ ਆ, ਚਾਹੇ ਉਹ ਕੋਈ ਵੀ ਫੋਰਨ ਕੰਟਰੀ ਆ, ਹਰ ਜਗ੍ਹਾ ਤੁਹਾਨੂੰ ਕਿਸੇ ਨਾ ਕਿਸੇ ਦੀ ਮੋਰਲ ਸਪੋਰਟ ਦੀ ਜ਼ਰੂਰਤ ਹੁੰਦੀ ਹੀ ਹੁੰਦੀ ਆ। ਕੁਝ ਪੇਰੈਂਟਸ ਤਾਂ ਹੁੰਦੇ ਆ ਜਿਹੜੇ ਮੋਰਲ ਸਪੋਰਟ ਦਿੰਦੇ ਆ ਬੱਚਿਆਂ ਨੂੰ, ਸੋ ਬੱਚੇ ਅੱਗੇ ਵਧੀਆ ਵੱਧਦੇ ਵੀ ਹੈਗੇ ਆ। ਜਦੋਂ ਗੱਲ ਸਿਹਤ ਤੇ ਆ ਜਾਂਦੀ ਹੈ ਨਾ ਮੈਮ, ਉੱਥੇ ਕੰਮ ਵਿਗੜ ਜਾਂਦਾ ਆ। ਜ਼ਰੂਰੀ ਨਹੀਂ ਵੀ ਹਰ ਇੱਕ ਬੰਦਾ ਇਹ ਸੋਚ ਕੇ ਜਾਂਦਾ ਵੀ ਮੈਂ 22 ਲੱਖ ਵੇਸਟ ਕਰਨਾ ਆ, ਮੇਰੇ ਮਾਪਿਓ ਦੀ, ਹੈ ਨਾ, ਸਾਰੀ ਜ਼ਿੰਦਗੀ ਦੀ ਕਮਾਈ ਆ ਵੀ ਮੈਂ ਉਹ ਵੇਸਟ ਕਰ ਦੇਣੀ ਆ, ਮੇਰੇ ਤੋਂ ਤਾਂ ਮਿਹਨਤ ਨਹੀਂ ਹੁੰਦੀ ਹੈਗੀ, ਮੈਂ ਵਾਪਸ ਆ ਜਾਣੀ ਆ। ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਮੈਮ, ਲੋਕ ਨਾ ਸਿਰਫ ਇੱਕ ਸਾਈਡ ਦੇਖਦੇ ਆ ਜਾਂ ਕੁਝ ਕੁ ਗੱਲਾਂ ਸੋਚ ਕੇ ਨਾ ਕੁਝ ਵੀ ਮੂੰਹ ਚੋਂ ਕੱਢ ਦਿੰਦੇ ਆ, ਪਰ ਐਦਾਂ ਨਹੀਂ ਹੁੰਦਾ। ਇਮੋਸ਼ਨਲ ਸਪੋਰਟ ਦੀ ਲੋੜ ਪੈਂਦੀ ਹੀ ਪੈਂਦੀ ਆ, ਔਰ ਪੇਰੈਂਟਸ ਨੂੰ ਵੀ ਇਮੋਸ਼ਨਲ ਸਪੋਰਟ ਕਰਨੀ ਚਾਹੀਦੀ ਆ। ਨਾ ਕਿ ਇਹ ਕਹਿ ਦੇਣਾ ਚਾਹੀਦਾ ਵੀ ਆਪਾਂ ਤਾਂ ਤੈਨੂੰ 22 ਲੱਖ ਲਾ ਕੇ ਤੋਰਤਾ, ਅੱਗੇ ਦਾ ਹੁਣ ਤੂੰ ਆਪ ਹੀ ਸੋਚ। ਉੱਥੇ ਜਾ ਕੇ ਫਿਰ ਕੰਮ ਖਰਾਬ ਹੋ ਜਾਂਦਾ ਜਦੋਂ ਇਹ ਸੁਣਨ ਨੂੰ ਮਿਲ ਜਾਂਦਾ ਨਾ ਵੀ ਅੱਗੇ ਜਾ ਕੇ ਤੂੰ ਆਪ ਹੀ ਸੋਚ। ਕਿਉਂਕਿ 8 ਮਹੀਨੇ ਹੁੰਦੇ ਆ ਸਿਰਫ ਅਗਲੀ ਫੀਸ ਜੋੜਨ ਦੇ ਲਈ, ਹੈ ਨਾ। ਉਹ ਫੀਸ ਵੀ ਜੋੜਨੀ ਆ, ਰੈਂਟ ਵੀ ਕੱਢਣਾ ਆ। ਮਹਿੰਗਾਈ ਉੱਥੇ ਬਹੁਤ ਜ਼ਿਆਦਾ ਵੱਧ ਗਈ ਆ, ਇਕੱਲੇ ਇੰਡੀਆ ਦੇ ਵਿੱਚ ਨਹੀਂ, ਉੱਥੇ ਵੀ ਬਹੁਤ ਜ਼ਿਆਦਾ ਮਹਿੰਗਾਈ ਵਧੀ ਹੋਈ ਆ, ਹੈ ਨਾ। ਵੀ ਰੈਂਟ ਵੀ ਕੱਢਣਾ ਆ, ਖਾਣ ਪੀਣ ਦਾ ਵੀ ਖਰਚਾ ਹੈਗਾ ਆ। ਜੇ ਬੰਦਾ ਥੋੜ੍ਹਾ ਬਹੁਤ ਬਿਮਾਰ ਠਮਾਰ ਹੋ ਜਾਏ, ਕਿਉਂਕਿ ਆਪਾਂ ਇੱਥੇ ਇੰਨੀ ਠੰਡ ਕਦੀ ਸਹੀ ਨਹੀਂ ਹੁੰਦੀ, ਉੱਥੇ ਇੰਨੀ ਜ਼ਿਆਦਾ ਠੰਡ ਹੁੰਦੀ ਆ, ਹੈ ਨਾ। ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਦੇਖਣੀਆਂ ਪੈਂਦੀਆਂ ਜਾ ਕੇ। ਆਪਾਂ ਬਹੁਤ ਸਾਰੇ ਇਦਾਂ ਦੇ ਕੇਸਿਸ ਵੀ ਦੇਖ ਰਹੇ ਆ ਕਿ ਸੁਸਾਈਡ ਕਰ ਲਿਆ ਸਟੂਡੈਂਟ ਨੇ, ਹੈ ਨਾ, ਜਾਂ ਡਿਪਰੈਸ਼ਨ ਦਾ ਸ਼ਿਕਾਰ ਹੋ ਗਿਆ, ਫਿਰ ਅਸੀਂ ਸਿੰਪਥੀ ਦਿੰਦੇ ਆ, ਹੈ ਨਾ। ਤੇ ਅਗਰ ਕੋਈ ਐਡਾ ਵੱਡਾ ਸਟੈਪ ਚੁੱਕ ਕੇ ਵਾਪਸ ਆਉਂਦਾ ਆ ਤੇ ਉਹਨੂੰ ਆਪਾਂ ਬੁਰਾ ਮੰਦਾ ਬੋਲਦੇ ਆ। ਮੈਮ ਇਹੀ ਗੱਲ ਨਾ ਮੇਰੇ ਤੇ ਵੀ ਲਾਗੂ ਹੁੰਦੀ ਆ। ਜੇ ਮੈਂ ਵੀ ਨਾ ਉੱਥੇ ਡਿਪਰੈਸ਼ਨ ਦਾ ਸ਼ਿਕਾਰ ਹੋ ਕੇ ਮਰ ਜਾਂਦੀ ਤਾਂ ਲੋਕਾਂ ਨੇ ਕਹਿਣਾ ਸੀ ਵਿਚਾਰੀ ਕੁੜੀ ਕਿੰਨੀ ਚੰਗੀ ਸੀ, ਹੈ ਨਾ, ਘਰੇ ਕੁਛ ਦੱਸਿਆ ਨਹੀਂ, ਉੱਥੇ ਹੀ ਮਰ ਗਈ, ਹੈ ਨਾ। ਫਿਰ ਮੇਰੇ ਲਈ ਵੀ ਸਿੰਪਥੀ ਆ ਜਾਣੀ ਸੀ। ਪਰ ਮੈਂ ਆਪਦੀ ਲਾਈਫ ਨੂੰ ਜੇ ਚੁਣ ਲਿਆ ਵੀ ਨਹੀਂ ਵੀ ਮੈਂ ਵਾਪਸ ਜਾਨੀ ਆ, ਹੈ ਨਾ, ਵੀ ਮੇਰੇ ਹਸਬੈਂਡ ਨੇ ਮੇਰੀ ਸਪੋਰਟ ਕੀਤੀ ਵੀ ਤੂੰ ਵਾਪਸ ਆ ਜਾ, ਮੈਨੂੰ ਤੂੰ ਜ਼ਰੂਰੀ ਆ, ਪੈਸਾ ਜ਼ਰੂਰੀ ਨਹੀਂ ਹੈਗਾ, ਤਾਂ ਮੇਰੇ ਲਈ ਅੱਜ ਗੱਲਾਂ ਬਣਦੀਆਂ ਪਈਆਂ ਵੀ ਇਹ ਵਾਪਸ ਆ ਗਈਆਂ। ਮੈਂ ਤਾਂ ਚਲੋ 3-4 ਮਹੀਨੇ ਬਾਅਦ ਵਾਪਸ ਆਈ ਸੀ। ਇੱਥੇ ਲੋਕ ਜਿਹੜੇ 13-13 14-14 ਸਾਲ ਲਾ ਕੇ ਵੀ ਵਾਪਸ ਆਏ ਨਾ ਮੈਮ, ਦੁਨੀਆ ਉਹਨਾਂ ਨੂੰ ਵੀ ਨਹੀਂ ਜੀਣ ਦਿੰਦੀ। ਉਹਨਾਂ ਨੂੰ ਵੀ ਕਹਿੰਦੇ ਲੈ ਹੈ ਬੇਵਕੂਫ ਇਹ, ਹੈ ਨਾ, ਵੀ ਇਹ ਕੈਨੇਡਾ ਵਰਗਾ ਦੇਸ਼ ਛੱਡ ਕੇ ਆ ਗਿਆ। ਪਰ ਪੈਸਾ ਵੀ ਆ ਜਾਊਗਾ ਮੈਮ, ਉੱਥੇ ਜਾ ਕੇ ਸਾਰਾ ਕੁਝ ਆ ਜਾਊਗਾ। ਚਾਹੇ ਮਹਿੰਗੇ ਬ੍ਰਾਂਡਸ ਦੀ ਗੱਲ ਕਰ ਲਓ, ਗੱਡੀਆਂ ਕਰ ਲਓ, ਗੱਡੀਆਂ ਦੀ ਗੱਲ ਕਰ ਲਓ, ਜਾਂ ਕੋਈ ਵੀ ਚੀਜ਼ ਦੀ ਗੱਲ ਕਰ ਲਓ, ਸਭ ਕੁਝ ਆ ਜਾਊਗਾ। ਲੇਕਿਨ ਮੈਮ ਜਿਹੜਾ ਮਨ ਦਾ ਸਕੂਨ ਹੈ ਨਾ, ਉਹ ਨਹੀਂ ਮਿਲਦਾ ਉੱਥੇ। ਇਹ ਤਾਂ ਮੇਰੇ ਨਾਲ ਬਹੁਤ ਸਾਰੇ ਕੈਨੇਡੀਅਨ ਜਿਹੜੇ ਹੁਣ ਹੈਗੇ ਆ ਉੱਥੇ ਬੈਠੇ, ਈਵਨ ਪੰਜਾਬੀ ਵੀ ਜਿਹੜੇ ਆਪਣੇ ਹੈਗੇ ਆ, ਇਹ ਜ਼ਰੂਰ ਸਹਿਮਤ ਕਰਨਗੇ ਵੀ ਸਭ ਕੁਝ ਮਿਲ ਜਾਂਦਾ ਪਰ ਸਕੂਨ ਨਹੀਂ ਮਿਲਦਾ। ਚਾਹੇ ਤੁਹਾਡੀ ਪੂਰੀ ਫੈਮਿਲੀ ਵੀ ਉੱਥੇ ਆ ਜਾਏ ਨਾ ਮੈਮ, ਇੱਕ ਜਣਾ ਸਵੇਰੇ ਤੁਰਿਆ ਹੁੰਦਾ ਆ ਸ਼ਿਫਟ ਤੇ, ਇੱਕ ਜਣਾ ਸ਼ਾਮ ਨੂੰ ਤੁਰਿਆ ਹੁੰਦਾ ਆ, ਤਾਂ ਮਨ ਦਾ ਸਕੂਨ ਤਾਂ ਕਿਤੇ ਵੀ ਨਹੀਂ ਲੱਭਦਾ ਉਹ। ਤੇ ਜਿਹੜੇ ਲੋਕ ਇਹ ਚੀਜ਼ ਕਹਿੰਦੇ ਆ ਵੀ ਨਹੀਂ ਰਹਿਣਾ ਚਾਹੀਦਾ ਆ, ਮਿਹਨਤ ਕਰਨੀ ਚਾਹੀਦੀ ਆ, ਹੈ ਨਾ, ਇਹ ਚੀਜ਼
ਉਦੋਂ ਦੇਖਦੇ ਵੀ ਜਦੋਂ ਕੋਈ ਕਿਸੇ ਦੀ ਡੈਥ ਹੋ ਜਾਂਦੀ ਤਾਂ ਉਦੋਂ ਸਿੰਪਥੀ ਦਿਖਾਉਂਦੇ ਆ ਉਹਨਾਂ ਨੂੰ, ਪਰ ਇਹ ਕਿਸੇ ਨੇ ਸੋਚਿਆ ਆ ਵੀ ਉਹਨਾਂ ਦੀ ਡੈਥ ਹੁੰਦੀ ਕਿਉਂ ਹੈ? ਅੱਜ ਕੱਲ੍ਹ 21 22 ਸਾਲ ਦੇ ਬੱਚੇ ਹੈ, ਜਾਂ 18 ਸਾਲ ਦੀਆਂ ਕੁੜੀਆਂ, 19 ਸਾਲ ਦੀਆਂ ਕੁੜੀਆਂ, ਹੈ ਨਾ, ਮੁੰਡੇ ਵੀ ਹੈ ਕੁੜੀਆਂ ਵੀ ਹੈ, ਜ਼ਿਆਦਾਤਰ ਉੱਥੇ ਡੈਥ ਰੇਸ਼ੀਓ ਜਿਹੜਾ ਹੈਗਾ ਆ ਹਾਰਟ ਅਟੈਕ ਕਰਕੇ ਆ। ਇਹ ਕਿਸੇ ਨੇ ਚੀਜ਼ ਸੋਚੀ ਹੈ ਵੀ ਹਾਰਟ ਅਟੈਕ ਹੁੰਦਾ ਕਿਉਂ ਹੈ? ਮੈਮ ਉਹਦਾ ਰੀਜ਼ਨ ਡਿਪਰੈਸ਼ਨ ਹੀ ਹੈ ਮੇਨ। ਕਿਉਂਕਿ ਚਲੋ ਮੈਂ ਤਾਂ ਦੱਸ ਦਿੱਤਾ ਵੀ ਹਾਂ ਮੇਰੇ ਨਾਲ ਇਹ ਚੀਜ਼ਾਂ ਹੋ ਰਹੀਆਂ ਆ, ਹੈ ਨਾ, ਵੀ ਮੈਨੂੰ ਇੱਦਾਂ ਧੱਕਾ ਹੋ ਰਿਹਾ ਆ ਮੇਰੇ ਨਾਲ। ਬਹੁਤ ਸਾਰੇ ਬੱਚੇ ਆ ਵੀ ਇਹੀ ਸੋਚ ਕੇ ਵੀ ਮੈਨੂੰ ਫੈਮਿਲੀ ਦੀ ਸਪੋਰਟ ਮਿਲੂਗੀ, ਜਾਂ ਮੈਂ ਪੈਸੇ ਲਾ ਕੇ ਆਇਆ ਆ, ਹੈ ਨਾ, ਜਾਂ ਮੈਨੂੰ ਲੋਕ ਕੀ ਕਹਿਣਗੇ, ਇਹੀ ਚੀਜ਼ਾਂ ਸੋਚ ਕੇ ਮੈਮ ਦੱਸਦੇ ਨਹੀਂ। ਫਿਰ ਉਹਨਾਂ ਦੇ ਨਾਲ ਹੀ ਵਿਚਾਰਿਆਂ ਦੇ ਨਾਲ ਇਹ ਚੀਜ਼ ਹੁੰਦੀ ਆ ਵੀ ਉੱਥੇ ਹੀ ਮਰ ਮੁੱਕ ਜਾਂਦੇ ਆ। ਤੁਸੀਂ ਵੀ ਮਤਲਬ ਲੋਕਾਂ ਤੋਂ ਬਹੁਤ ਸਾਰੀਆਂ ਗੱਲਾਂ ਸੁਣੀਆਂ ਹੋਣਗੀਆਂ, ਤੁਹਾਨੂੰ ਵੀ ਲੋਕਾਂ ਨੇ ਇਦਾਂ ਕਿਹਾ ਵੀ ਤੇਰਾ ਇੰਨਾ ਵੀ ਕੰਟਰੋਲ ਨਹੀਂ ਆਪਣੀ ਵਾਈਫ ਤੇ, ਉਹ ਛੱਡ ਕੇ ਆ ਰਹੀ ਹੈ, ਜਾਂ ਇਹੋ ਜਿਹੀਆਂ ਗੱਲਾਂ? ਮੈਂ ਕਾਫੀ ਲੋਕਾਂ ਨੇ ਕਮੈਂਟ ਵੀ ਕੀਤੇ, ਕਾਫੀ ਲੋਕਾਂ ਨੇ ਵੀ ਕਿਹਾ। ਮੈਂ ਤੁਹਾਨੂੰ ਦੱਸਦਾ, ਇੱਕ ਮੁੰਡੇ ਨੇ ਇਹ ਗੱਲ ਕਹੀ ਕਿ ਜੇ ਮੈਂ ਤੇਰੀ ਜਗ੍ਹਾ ਤੇ ਹੁੰਦਾ ਤੇ ਮੈਂ ਆਪਣੀ ਵਾਈਫ ਨੂੰ ਕੁੱਟਦਾ, ਉਹਦੀਆਂ ਮੈਂ ਲੱਤਾਂ ਤੋੜਦਾ, ਕਿ ਵਾਪਸ ਤੂੰ ਕਾਹਤੋਂ ਆ ਰਹੀ ਹੈ, ਤੂੰ ਉੱਥੇ ਰਹਿ, ਤੂੰ ਪੈਸੇ ਵੇਸਟ ਕਰਦੀ ਪਈ ਹੈ ਇੱਦਾਂ। ਕਿ ਮੈਂ ਰਿਸ਼ਤੇ ਦੀ ਕੋਈ ਅਹਿਮੀਅਤ ਨਹੀਂ ਰਹਿ ਗਈ ਲੋਕਾਂ ਨੂੰ, ਬਸ ਪੈਸੇ ਦੀ ਅਹਿਮੀਅਤ ਹੈ ਇੱਥੇ। ਪੈਸਾ ਹੈ ਤਾਂ ਤੁਹਾਡਾ ਰਿਸ਼ਤਾ ਹੈ, ਜੇ ਨਹੀਂ ਹੈ ਤਾਂ ਨਹੀਂ। ਮਤਲਬ ਇਹੋ ਜਿਹੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਕਿ ਕਿਉਂਕਿ ਦੇਖੋ ਤੁਸੀਂ ਕੁੜੀਆਂ ਦਾ ਇਸ ਲਈ ਵੀ ਯੂਜ਼ ਕਰਦੇ ਆ ਕਿ ਅਸੀਂ ਉਹਨੂੰ ਆਇਲਸ ਕਰਾ ਕੇ ਬਾਹਰ ਭੇਜਦੇ ਹਾਂ, ਸਾਨੂੰ ਬਾਹਰ ਲੈ ਜਾਊਗੀ, ਤੇ ਅਗਰ ਉਹ ਵਾਪਸ ਆਉਣ ਦੀ ਗੱਲ ਕਰਦੀ ਹੈ ਤੇ ਅਸੀਂ ਇਹੋ ਜਿਹੀਆਂ ਗੱਲਾਂ ਕਹਿੰਦੇ ਆ। ਬਿਲਕੁਲ ਮੈਮ, ਪਹਿਲਾਂ ਤਾਂ ਮੁੰਡਿਆਂ ਨੂੰ ਇਹ ਹੁੰਦਾ ਹੈ ਕਿ ਮੇਰੇ ਯਾਰਾਂ ਦੋਸਤਾਂ ਠੁੱਕ ਬਣੇਗੀ, ਮੈਂ ਵੀ ਜਾਊਂਗਾ ਕੈਨੇਡਾ, ਮੈਂ ਆਪਣੀ ਵਾਈਫ ਦੇ ਸਿਰ ਤੇ ਭਾਵੇਂ ਗਿਆ, ਪਰ ਗਿਆ ਤਾਂ ਜ਼ਰੂਰ ਹੈ। ਲੋਕਾਂ ਨੂੰ ਇਹ ਵੀ ਹੁੰਦਾ ਹੈ। ਤੇ ਬਾਕੀ ਮੈਮ ਇਹੀ ਹੈ ਲੋਕਾਂ ਦਾ, ਕਿ ਮੈਂ ਇਹੀ ਕਹਿਣਾ ਚਾਹੂੰਗਾ ਕਿ ਪਹਿਲਾਂ ਤਾਂ ਆਪਣਾ ਪਿਆਰ ਅੱਗੇ ਰੱਖੋ, ਪੈਸਾ ਬਾਕੀ ਚੀਜ਼ਾਂ ਬਾਅਦ 'ਚ, ਪਹਿਲਾਂ ਪਿਆਰ। ਪੈਸਾ ਕਮਾਇਆ ਜਾ ਸਕਦਾ, ਇਨਸਾਨ ਨਹੀਂ। ਤੇ ਤੁਹਾਡੇ ਪੇਰੈਂਟਸ ਦੀ ਵੀ ਡੈਥ ਹੋ ਗਈ, ਤੁਹਾਡੇ ਬ੍ਰਦਰ ਦੀ ਵੀ, ਉਹ ਟਾਈਮ ਬਹੁਤ ਔਖਾ ਲੰਘਿਆ ਹੈ ਨਾ ਡੈਫੀਨੇਟਲੀ, ਤੇ ਉਹ ਕਿਵੇਂ ਰਿਕਵਰ ਹੋਏ ਉਸ ਚੀਜ਼ ਤੋਂ? ਮੈਮ ਮੈਂ 8th ਕਲਾਸ ਵਿੱਚ ਸੀਗੀ ਜਦੋਂ ਮੇਰੇ ਬ੍ਰਦਰ ਦੀ ਡੈਥ ਹੋ ਗਈ। ਉਸ ਤੋਂ ਬਾਅਦ ਉਹਦੇ 9-10 ਸਾਲ ਬਾਅਦ ਹੀ ਮੇਰੇ ਪਾਪਾ ਦੀ ਡੈਥ ਹੋ ਗਈ। ਜਦੋਂ ਤੱਕ ਪਾਪਾ ਸੀਗੇ ਉਦੋਂ ਤੱਕ ਚਲੋ ਫਿਰ ਵੀ ਹੈ ਨਾ ਸੰਭਾਲਦੇ ਰਹੇ। ਪਹਿਲਾਂ ਤਾਂ ਮੇਰੇ ਬ੍ਰਦਰ ਦਾ ਬਰਥ ਹੀ ਮੰਮੀ ਪਾਪਾ ਦੀ ਮੈਰਿਜ ਤੋਂ 14 ਸਾਲ ਬਾਅਦ ਹੋਇਆ ਸੀਗਾ। ਜਦੋਂ ਉਹਦੀ ਡੈਥ ਹੋਈ ਤਾਂ ਮੰਮੀ ਪਾਪਾ ਇੱਕਦਮ ਮਤਲਬ ਅਜੀਬ ਜਿਹੇ ਹੋ ਜਾਂਦੇ, ਜਿੱਦਾਂ ਹੁੰਦਾ ਨਾ ਵੀ ਬਹੁਤ ਜ਼ਿਆਦਾ ਦੁੱਖ ਲੱਗ ਗਿਆ। ਤਾਂ ਉਦੋਂ ਮੈਨੂੰ ਦਿਖਦਾ ਸੀ ਵੀ ਇਹਨਾਂ ਨੂੰ ਸਾਂਭਣ ਵਾਲਾ ਹੁਣ ਕੋਈ ਹੈ ਨਹੀਂ ਗਾ, ਹੈ ਨਾ, ਤਾਂ ਮੈਨੂੰ ਹੀ ਇੱਕ ਸਟਰੋਂਗ ਬਣਨਾ ਪਊਗਾ, ਇਹਨਾਂ ਨੂੰ ਸਾਂਭਣਾ ਪਊਗਾ। ਪਹਿਲਾਂ ਤਾਂ ਉਹਨਾਂ ਨੂੰ ਸਾਂਭਿਆ ਉਸ ਟਾਈਮ 'ਤੇ, ਹੈ ਨਾ, ਉਹਨਾਂ ਦਾ ਪੂਰਾ ਸਪੋਰਟ ਬਣੀ, ਉਹਨਾਂ ਨੇ ਮੈਨੂੰ ਪੁੱਤਾਂ ਵਾਂਗੂ ਰੱਖਿਆ ਅਤੇ ਮੈਂ ਪੁੱਤ ਬਣੀ ਵੀ ਉਹਨਾਂ ਦਾ। ਉਸ ਤੋਂ ਬਾਅਦ ਮੈਮ 8-10 ਸਾਲ ਬਾਅਦ ਹੀ ਪਾਪਾ ਦੀ ਡੈਥ ਹੋ ਗਈ। ਜਦੋਂ ਪਾਪਾ ਦੀ ਡੈਥ ਹੋਈ, ਮੇਰੀ ਵੀ ਏਜ ਕੁਛ ਜ਼ਿਆਦਾ ਨਹੀਂ ਸੀਗੀ, ਮੈਂ ਗ੍ਰੈਜੂਏਸ਼ਨ ਫਸਟ ਈਅਰ ਦੇ ਵਿੱਚ ਸੀਗੀ, ਅਤੇ ਪਾਪਾ ਦੀ ਡੈਥ ਹੋਈ। ਉਸ ਤੋਂ ਬਾਅਦ ਤਾਂ ਘਰ ਦੇ ਵਿੱਚ ਕੋਈ ਕਮਾਉਣ ਵਾਲਾ ਬਚਿਆ ਹੀ ਨਹੀਂ, ਕਿ ਪਹਿਲਾਂ ਤਾਂ ਪਾਪਾ ਹੈਗੇ ਸੀਗੇ ਅਤੇ ਉਸ ਤੋਂ ਬਾਅਦ ਘਰ 'ਚ ਕੋਈ ਕਮਾਉਣ ਵਾਲਾ ਹੈ ਨਹੀਂ ਸੀਗਾ। ਫਿਰ ਪਤਾ ਸੀ ਵੀ ਆਪਣੇ ਆਪ ਨੂੰ ਹੀ ਕੁਛ ਕਰਨਾ ਪੈਣਾ, ਵੀ ਮੰਮੀ ਹੈ, ਮੈਂ, ਕਿਉਂਕਿ ਜ਼ਿੰਦਗੀ ਰੁਕਦੀ ਨਹੀਂ ਮੈਮ। ਚਾਹੇ ਤੁਹਾਡੇ ਲਾਈਫ ਦੇ ਵਿੱਚ ਕੋਈ ਵੀ ਇਨਸਾਨ ਹੈ, ਜੇ ਛੱਡ ਕੇ ਚਲਾ ਜਾਂਦਾ ਨਾ, ਉਹ ਤਾਂ ਜ਼ਿੰਦਗੀ ਤਾਂ ਤੁਹਾਡੀ ਚੱਲਦੀ ਰਹਿੰਦੀ ਹੈ। ਚਾਹੇ ਤੁਸੀਂ ਆਪਣੇ ਆਪ ਨੂੰ ਖ਼ਤਮ ਕਰਨ ਦੀ ਵੀ ਕੋਸ਼ਿਸ਼ ਕਰ ਲਓ ਨਾ ਮੈਮ, ਜਦ ਤੱਕ ਉਮਰ ਲਿਖੀ ਹੋਈ ਆ ਉਦੋਂ ਤੱਕ ਤੁਸੀਂ ਆਪਣੇ ਆਪ ਨੂੰ ਖ਼ਤਮ ਵੀ ਨਹੀਂ ਕਰ ਸਕਦੇ। ਉਸ ਤੋਂ ਬਾਅਦ ਮੈਮ ਮੈਂ ਇੱਥੇ ਰਹਿ ਕੇ ਵੀ ਮੈਂ 3-3 ਜੋਬਸ ਕਰਦੀ ਹੁੰਦੀ ਸੀਗੀ, ਕਿਉਂਕਿ ਮੇਰੀ ਸਟੱਡੀ ਵੀ ਸੀ, ਮੇਰੀ ਗ੍ਰੈਜੂਏਸ਼ਨ ਚੱਲਦੀ ਪਈ ਸੀਗੀ, ਅਤੇ ਇੱਥੇ ਵੀ ਖਰਚਾ ਸੀ, ਘਰ ਦਾ ਖਰਚਾ ਵੀ ਸੀਗਾ। ਮੰਮੀ ਵੀ ਬਿਮਾਰ ਸੀਗੇ, ਮੰਮੀ ਮੇਰੇ ਹਾਰਟ ਦੇ ਪੇਸ਼ੈਂਟ ਸੀਗੇ, ਮੰਮੀ ਵੀ ਬਿਮਾਰ ਸੀਗੇ, ਅਤੇ ਉਹਨਾਂ ਦਾ ਵੀ ਹੁੰਦਾ ਸੀਗਾ ਦਵਾਈਆਂ ਦਾ ਖਰਚਾ। ਤਾਂ ਮੈਂ ਇੱਥੇ ਰਹਿ ਕੇ ਵੀ ਕਾफ़ੀ ਸਟਰਗਲ ਕੀਤੀ ਆ। ਮੈਨੂੰ ਬਹੁਤ ਸਾਰੇ ਲੋਕ ਕਹਿੰਦੇ ਆ ਲੈ ਇਹਨੇ ਇੰਡੀਆ ਸਟਰਗਲ ਨਹੀਂ ਕੀਤੀ, ਹੈ ਨਾ, ਵੀ ਇਹ ਇੱਥੇ ਆ ਕੇ ਕੀ ਸਟਰਗਲ ਕਰ ਲੈਂਦੀ। ਮੈਮ ਇੱਥੇ ਵੀ ਮੈਂ ਕੈਨੇਡਾ ਵਾਲੀ ਹੀ ਲਾਈਫ ਜੀ ਆ, ਵੀ ਇੱਥੇ ਵੀ ਮੈਂ 3-3 ਜੋਬਸ ਕੀਤੀਆਂ, ਇਸੀ ਕਰਕੇ ਮੈਂ ਪ੍ਰੀਪੇਅਰ ਸੀ, ਤਾਂ ਹੀ ਮੈਂ ਸਟੈਪ ਚੱਕਿਆ ਸੀ ਵੀ ਮੈਂ ਕੈਨੇਡਾ ਜਾ ਸਕਦੀ ਹਾਂ, ਹੈ ਨਾ। ਚਲੋ ਉਹ ਟਾਈਮ ਵੀ ਨਿਕਲਿਆ, ਵੀ ਹਰ ਇੱਕ ਜਗ੍ਹਾ ਸਪੋਰਟ ਕੀਤੀ ਮੰਮੀ ਦੀ ਵੀ, ਔਰ ਮੰਮੀ ਨੇ ਮੈਨੂੰ ਸਪੋਰਟ ਕੀਤਾ, ਵਧੀਆ ਨਿਕਲਦਾ ਰਿਹਾ ਟਾਈਮ। ਉਸ ਤੋਂ ਬਾਅਦ ਜਦੋਂ ਮੰਮੀ ਦੀ ਡੈਥ ਹੋ ਗਈ, ਫਿਰ ਮੈਂ ਇੱਕ ਵਾਰੀ ਟੁੱਟੀ। ਵੀ ਪਹਿਲਾਂ ਤਾਂ ਹੁੰਦਾ ਸੀ ਨਾ ਵੀ ਬ੍ਰਦਰ ਤੋਂ ਬਾਅਦ ਮੰਮੀ ਪਾਪਾ ਨੂੰ ਸਾਂਭਣਾ, ਪਾਪਾ ਤੋਂ ਬਾਅਦ ਇਹ ਸੀ ਵੀ ਮੰਮੀ ਲਈ ਜੀਣਾ ਆ, ਪਰ ਮੰਮੀ ਤੋਂ ਬਾਅਦ ਇੱਦਾਂ ਹੋ ਗਿਆ ਵੀ ਜੀਣਾ ਕਿਹਦੇ ਲਈ ਆ ਹੁਣ। ਮੰਮੀ ਤੋਂ ਬਾਅਦ ਤਾਂ ਬਿਲਕੁਲ ਹੀ ਇੱਦਾਂ ਹੋ ਗਿਆ ਵੀ ਖ਼ਤਮ ਹੋ ਜਾਵਾਂ ਮੈਂ, ਹੈ ਨਾ। ਪਰ ਉਹੀ ਕਹਿੰਦੇ ਹੁੰਦੇ ਨਾ ਵੀ ਰੱਬ ਨੇ ਜਦੋਂ ਉਮਰ ਲਿਖੀ ਹੁੰਦੀ ਆ ਤਾਂ ਤੁਹਾਨੂੰ ਕੋਈ ਨਾ ਕੋਈ ਮਿਲਦਾ ਹੀ ਆ, ਤੁਹਾਨੂੰ ਕੋਈ ਨਾ ਕੋਈ ਸਪੋਰਟ ਬਣ ਕੇ ਆਉਂਦਾ ਹੀ ਆ ਤੁਹਾਡੇ ਲਈ। ਉਸ ਤੋਂ ਬਾਅਦ ਜੱਸ ਆਏ, ਫਿਰ ਇਹਨਾਂ ਦੇ ਲਈ ਜੀਣਾ ਸ਼ੁਰੂ ਕੀਤਾ, ਇਹਨਾਂ ਨੇ ਪਿਆਰ ਕੀਤਾ, ਇਹਨਾਂ ਦੀ ਕੇਅਰ ਰਹੀ ਪੂਰੀ, ਤਾਂ ਫਿਰ ਉਹ ਚੀਜ਼ਾਂ ਜਾਗੀਆਂ। ਕਿਉਂਕਿ ਮੈਨੂੰ ਪਹਿਲਾਂ ਹੀ ਮੈਮ ਪੜ੍ਹਨ ਦਾ ਬਹੁਤ ਸ਼ੌਂਕ ਸੀਗਾ, ਮੈਂ ਆਪ 5th ਕਲਾਸ ਵਿੱਚ ਹੁੰਦੀ ਸੀਗੀ, ਅਤੇ ਮੈਨੂੰ ਪੜ੍ਹਨ ਦਾ ਇੰਨਾ ਸ਼ੌਂਕ ਹੁੰਦਾ ਸੀ ਵੀ ਜਿਹੜੇ ਮੇਰੇ ਨਾਲ ਦੇ ਕਲਾਸਮੇਟਸ ਹੁੰਦੇ ਸੀਗੇ ਨਾ, ਮੈਂ ਉਹਨਾਂ ਨੂੰ ਟਿਊਸ਼ਨਸ ਦਿੰਦੀ ਹੁੰਦੀ ਸੀਗੀ। ਅਤੇ ਕਿਉਂਕਿ ਉਹ ਹੁੰਦਾ ਨਾ ਵੀ ਬਚਪਨ ਦੇ ਵਿੱਚ ਹੀ ਸ਼ੌਂਕ ਹੈਗਾ ਆ, ਅਤੇ ਉਹੀ ਜਿਹੜਾ ਸ਼ੌਂਕ ਸੀਗਾ ਬਾਅਦ ਵਿੱਚ ਉਹ ਮਜਬੂਰੀ ਕਰਕੇ ਵੀ ਕਰਨਾ ਪਿਆ, ਕਿਉਂਕਿ ਇੱਕ ਟਾਈਮ ਆ ਗਿਆ ਜਦੋਂ ਪੈਸੇ ਦੀ ਬਹੁਤ ਲੋੜ ਸੀ ਪਾਪਾ ਤੋਂ ਬਾਅਦ, ਹੈ ਨਾ। ਫਿਰ ਮੈਂ ਉਹਨੂੰ ਹੀ ਆਪਣਾ ਪ੍ਰੋਫੈਸ਼ਨ ਵੀ ਬਣਾਇਆ,
ਅੱਗੇ ਜਾ ਕੇ ਉਹਨੂੰ ਹੋਰ ਵਧਾਉਣ ਦੀ ਕੋਸ਼ਿਸ਼ ਕੀਤੀ। ਮੈਂ ਡਾਕਟਰ ਬਣਨਾ ਚਾਹੁੰਦੀ ਸੀਗੀ, ਪਰ ਉਹ ਜਿੱਦਾਂ ਪਾਪਾ ਦੀ ਡੈਥ ਹੋ ਗਈ, ਉਹ ਚੀਜ਼ ਪੂਰੀ ਨਾ ਹੋਈ। ਇਹੀ ਸੋਚ ਕੇ ਮੈਂ ਕੈਨੇਡਾ ਗਈ ਸੀ ਵੀ ਮੈਂ ਹੋਰ ਪੜ੍ਹ ਲੂੰਗੀ, ਹੈ ਨਾ, ਅਤੇ ਨਾਲ ਦੀ ਨਾਲ ਪੈਸਾ ਵੀ ਕਮਾਵਾਂਗੇ, ਦੋਨਾਂ ਦੀ ਜ਼ਿੰਦਗੀ ਸੈਟਲ ਕਰਾਂਗੇ। ਹਰ ਇੱਕ ਬੰਦਾ ਇੱਦਾਂ ਹੀ ਸੋਚ ਕੇ ਜਾਂਦਾ ਹੁੰਦਾ ਆ, ਪਰ ਪਤਾ ਨਹੀਂ ਹੁੰਦਾ ਉੱਥੇ ਜਾ ਕੇ ਵੀ ਇਹ ਚੀਜ਼ਾਂ ਹੋ ਜਾਣੀਆਂ ਆ। ਬਾਕੀ ਮੈਮ ਜੇ ਮੈਂ ਆਪਣੀ ਸਟੋਰੀ ਦੀ ਗੱਲ ਕਰਾਂ ਤਾਂ ਮੇਰਾ ਮੋਟਿਵ ਇਹ ਨਹੀਂ ਸੀਗਾ ਵੀ ਮੈਂ ਲੋਕਾਂ ਨੂੰ ਡੀਮੋਟੀਵੇਟ ਕਰਾਂ, ਹੈ ਨਾ, ਵੀ ਮੈਂ ਆਪਣੀ ਸਟੋਰੀ ਦੱਸ ਕੇ, ਕਿਉਂਕਿ ਕਈ ਲੋਕ ਇਹ ਚੀਜ਼ ਕਹਿੰਦੇ ਆ ਲੈ ਇਹ ਤਾਂ ਝੂਠ ਬੋਲਦੀ ਆ, ਇਹ ਤਾਂ ਡੀਮੋਟੀਵੇਟ ਕਰਦੀ ਆ ਲੋਕਾਂ ਨੂੰ, ਹੈ ਨਾ। ਮੇਰਾ ਆਪਣੀ ਸਟੋਰੀ ਅੱਗੇ ਲਿਆਉਣ ਦਾ ਇਹ ਮੋਟਿਵ ਬਿਲਕੁਲ ਵੀ ਨਹੀਂ ਸੀਗਾ। ਮੇਰਾ ਸਿਰਫ ਸਟੋਰੀ ਦੱਸਣ ਦਾ ਇਹ ਮਤਲਬ ਸੀਗਾ ਵੀ ਉੱਥੇ ਦੇ ਹਾਲਾਤ ਜਿਹੜੇ ਬੱਚਿਆਂ ਨੂੰ ਬਹੁਤ ਜ਼ਿਆਦਾ ਮਜਬੂਰ ਕਰਦੇ ਆ। ਸੋ ਪੇਰੈਂਟਸ ਨੂੰ ਉਹ ਵੀ ਚੀਜ਼ ਪਤਾ ਹੋਣੀ ਚਾਹੀਦੀ ਆ ਵੀ ਜੇ ਤੁਸੀਂ ਆਪਣੇ ਬੱਚਿਆਂ ਨੂੰ ਬਾਹਰ ਭੇਜਦੇ ਪਏ ਹੋ ਤਾਂ ਇਹਨਾਂ ਚੀਜ਼ਾਂ ਦਾ ਵੀ ਸੋਚ ਕੇ ਭੇਜਿਓ। ਕੈਨੇਡਾ ਮਾੜਾ ਨਹੀਂ ਹੈ ਮੈਮ, ਮੈਂ ਕੈਨੇਡਾ ਨੂੰ ਮਾੜਾ ਨਹੀਂ ਕਿਹਾ ਜਾਂ ਮੈਂ ਕਿਸੇ ਫੋਰਨ ਕੰਟਰੀ ਨੂੰ ਮਾੜਾ ਨਹੀਂ ਕਿਹਾ। ਮੈਂ ਸਿਰਫ ਉੱਥੇ ਦੇ ਹਾਲਾਤਾਂ ਬਾਰੇ ਦੱਸਿਆ ਵੀ ਮੇਰੇ ਨਾਲ ਇਹ ਚੀਜ਼ ਹੋਈ, ਮੈਂ ਸਟਰੋਂਗ ਹੋ ਕੇ ਵੀ ਗਈ ਸੀ, ਹੈ ਨਾ, ਸਾਰਾ ਕੁਝ ਸੋਚ ਕੇ ਵੀ ਗਈ ਸੀ, ਤਾਂ ਵੀ ਮੈਮ ਮੇਰੇ ਨਾਲ ਇਹ ਚੀਜ਼ ਹੋਈ। ਜੇ ਮੈਂ ਇੱਥੇ ਇੰਨੀਆਂ ਚੀਜ਼ਾਂ ਝੱਲ ਸਕਦੀ ਹਾਂ, ਮੈਂ ਆਪਣੇ ਘਰ ਦੇ ਤਿੰਨ ਮੈਂਬਰ ਆਪਣੇ ਹੱਥੀ ਤੁਰੇ ਆ, ਆਪਣੇ ਹੱਥੀ ਸਭ ਕੁਝ ਕੀਤਾ ਆ, ਤਾਂ ਮੈਮ ਉਦੋਂ ਜੇ ਮੈਂ ਸਟਰੋਂਗ ਰਹਿ ਸਕਦੀ ਸੀਗੀ ਤਾਂ ਇਹ ਵੀ ਤਾਂ ਸੋਚ ਸਕਦੇ ਵੀ ਕੈਨੇਡਾ 'ਚ ਇੱਦਾਂ ਦਾ ਕੀ ਹੋ ਗਿਆ। ਸੋ ਆਹੀ ਚੀਜ਼ਾਂ ਸੀਗੀਆਂ ਜਿਨ੍ਹਾਂ ਕਰਕੇ ਮੇਰੇ ਨਾਲ ਜਿਨ੍ਹਾਂ ਕਰਕੇ ਇੰਨੀਆਂ ਜ਼ਿਆਦਾ ਮੈਨੂੰ ਦਿੱਕਤਾਂ ਹੋਈਆਂ ਤੇ ਮੈਂ ਵਾਪਸ ਆਉਣ ਦਾ ਫੈਸਲਾ ਲਿਆ। ਤੁਸੀਂ ਸੁਸਾਈਡ ਵਰਗਾ ਕਦਮ ਵੀ ਚੁੱਕਣ ਦੀ ਕੋਸ਼ਿਸ਼ ਕੀਤੀ। ਇਹੋ ਜਿਹੀ ਕਿਹੜੀ ਚੀਜ਼ ਸੀ ਜਿਹਨੇ ਗਲਤ ਕਦਮ ਚੁੱਕਣ ਤੋਂ ਰੋਕਿਆ ਤੁਹਾਨੂੰ? ਮੈਮ ਜਿਸ ਟਾਈਮ ਮੈਂ ਉੱਥੇ ਸੀਗੀ ਨਾ, ਉਦੋਂ ਹੌਲੀ ਹੌਲੀ ਡਿਪਰੈਸ਼ਨ ਵੀ ਆਉਣ ਲੱਗ ਗਿਆ। ਪਹਿਲਾਂ ਤਾਂ ਮੇਰੀ ਫਿਜ਼ੀਕਲ ਹੈਲਥ 'ਤੇ ਪ੍ਰੋਬਲਮ ਆਈ, ਹੈ ਨਾ, ਮੈਨੂੰ PCOD ਵਗੈਰਾ ਹੋਈ, ਅਤੇ ਨਾਲ ਦੀ ਨਾਲ ਹੀ ਡਿਪਰੈਸ਼ਨ ਵੀ ਆਉਣ ਲੱਗ ਗਿਆ। ਜਦੋਂ ਬੰਦੇ ਨੂੰ ਡਿਪਰੈਸ਼ਨ ਹੋ ਜਾਂਦਾ ਨਾ ਤਾਂ ਉਸ ਟਾਈਮ ਉਹਨੂੰ ਪਤਾ ਨਹੀਂ ਲੱਗਦਾ ਵੀ ਉਹ ਕੀ ਬੋਲਦਾ ਪਿਆ ਆ ਜਾਂ ਕੀ ਸੋਚਦਾ ਪਿਆ ਆ, ਹੈ ਨਾ, ਬਸ ਦਿਮਾਗ ਦੇ ਵਿੱਚ ਨਾ ਪੁੱਠੇ ਸਿੱਧੇ ਹੀ ਗੱਲਾਂ ਆਉਂਦੀਆਂ। ਤਾਂ ਮੈਨੂੰ ਵੀ ਇਹੀ ਲੱਗਦਾ ਸੀ ਉਦੋਂ ਨਾ, ਮੈਨੂੰ ਇੱਦਾਂ ਲੱਗਦਾ ਸੀ ਵੀ ਕੋਈ ਵੀ ਮੇਰਾ ਸਾਥ ਨਹੀਂ ਦਿੰਦਾ ਪਿਆ, ਵੀ ਮੇਰੀ ਕੋਈ ਵੈਲਿਊ ਨਹੀਂ ਹੈਗੀ, ਹੈ ਨਾ, ਸਿਰਫ ਪੈਸਾ ਅੱਗੇ ਰੱਖਿਆ ਜਾ ਰਿਹਾ, ਵੀ ਲੋਕ ਗੱਲਾਂ ਕਰਦੇ ਪਏ ਆ ਕੁਛ ਵੀ, ਹੈ ਨਾ। ਤਾਂ ਮੈਂ ਉਸ ਟਾਈਮ ਨਾ ਮੇਰੇ ਦਿਮਾਗ 'ਚ ਇਹ ਚੀਜ਼ ਆਈ ਵੀ ਮੈਂ ਸੁਸਾਈਡ ਕਰ ਲਾਂ। ਤਾਂ ਮੇਰੀ ਚਲੋ ਕਹਿ ਲਓ ਵੀ ਜਦੋਂ ਕਹਿੰਦੇ ਵਧੀ ਹੁੰਦੀ ਆ, ਹੈ ਨਾ, ਮੈਂ ਇਹਨਾਂ ਨੂੰ ਦੱਸਤੀ ਇਹ ਚੀਜ਼ ਵੀ ਮੈਨੂੰ ਇੱਦਾਂ ਦੇ ਖਿਆਲ ਆਉਂਦੇ ਆ ਵੀ ਮੈਂ ਮਰ ਜਾਣਾ, ਵੀ ਮੇਰੀ ਕੋਈ ਵੈਲਿਊ ਨਹੀਂ ਹੈਗੀ। ਤਾਂ ਇਹੀ ਸੀਗੇ ਜਿਨ੍ਹਾਂ ਨੇ ਮੈਨੂੰ ਰੋਕਿਆ। ਇਹਨਾਂ ਦੀ ਸਪੋਰਟ ਨਾ ਹੁੰਦੀ ਤਾਂ ਸ਼ਾਇਦ ਅੱਜ ਮੈਂ ਵੀ ਜਾਂ ਤਾਂ ਸੁਸਾਈਡ ਕਰ ਲਿਆ ਹੁੰਦਾ ਜਾਂ ਤਾਂ ਮੈਨੂੰ ਵੀ ਹਾਰਟ ਅਟੈਕ ਹੋ ਗਿਆ ਹੁੰਦਾ। ਉਸ ਟਾਈਮ ਡਿਪਰੈਸ਼ਨ ਇੰਨਾ ਜ਼ਿਆਦਾ ਹੈਵੀ ਹੋ ਗਿਆ ਸੀ। ਜਦੋਂ ਤੁਸੀਂ ਵਾਪਸ ਆਏ ਕੈਨੇਡਾ ਤੋਂ ਤੇ ਤੁਸੀਂ ਬਿਮਾਰੀਆਂ ਦਾ ਘਰ ਬਣ ਚੁੱਕੇ ਸੀ, ਉਸ ਚੀਜ਼ ਤੋਂ ਰਿਕਵਰ ਹੋਣ ਨੂੰ ਕਿੰਨਾ ਕੁ ਟਾਈਮ ਲੱਗਾ? ਮੈਮ ਉਸ ਚੀਜ਼ ਤੋਂ ਰਿਕਵਰ ਹੋਣ ਨੂੰ ਮੈਨੂੰ ਘੱਟੋ ਘੱਟ ਵੀ 6-7 ਮਹੀਨੇ ਲੱਗੇ, ਕਿਉਂਕਿ ਡਿਪਰੈਸ਼ਨ ਵੀ ਸੀਗਾ, PCOD ਵੀ ਸੀਗੀ। PCOD ਤਾਂ ਮੈਮ ਹਾਲੇ ਤੱਕ ਵੀ ਮੈਨੂੰ ਝੱਲਣੀ ਪੈ ਰਹੀ ਹੈ, ਉਹ ਤਾਂ ਇੱਕ ਲੰਬੀ ਪ੍ਰੋਬਲਮ ਹੈ ਨਾ, ਉਹਨੂੰ ਟਾਈਮ ਲੱਗੂਗਾ। 6-7 ਮਹੀਨੇ 'ਚ ਵੀ ਜੇ ਮੈਂ ਰਿਕਵਰ ਹੋਈ ਤਾਂ ਉਹਦਾ ਰੀਜ਼ਨ ਵੀ ਜਾਸੀ ਹੈ। ਇਹਨਾਂ ਨੇ ਪ੍ਰੋਪਰ ਧਿਆਨ ਰੱਖਿਆ। ਮੈਮ ਮੇਰੇ ਤੋਂ ਨਾ ਉੱਠਿਆ ਨਹੀਂ ਸੀ ਜਾਂਦਾ ਹੁੰਦਾ, ਇੰਨਾ ਬੁਰਾ ਹਾਲ ਸੀਗਾ, ਹੈ ਨਾ। ਜੇ ਮੈਂ ਉੱਠਦੀ ਸੀਗੀ ਮੈਂ ਚੱਕਰ ਖਾ ਕੇ ਡਿੱਗ ਜਾਂਦੀ ਸੀ, ਇੰਨੀ ਜ਼ਿਆਦਾ ਵੀਕਨੈਸ ਆ ਗਈ ਸੀਗੀ। ਅਤੇ ਉਦੋਂ ਇਹਨਾਂ ਨੇ ਹੈਲਪ ਕੀਤੀ, ਇਹਨਾਂ ਨੇ ਮੈਡੀਸਿਨਸ ਪ੍ਰੋਪਰ ਦਿੱਤੀਆਂ। ਈਵਨ ਕਿ ਰਾਤ ਨੂੰ, ਹੈ ਨਾ, ਮੈਨੂੰ ਨੀਂਦ ਨਹੀਂ ਆਉਂਦੀ ਸੀਗੀ ਡਿਪਰੈਸ਼ਨ ਕਰਕੇ ਹੀ, ਤਾਂ ਇਹਨਾਂ ਨੇ ਲੱਤਾਂ ਤੱਕ ਵੀ ਮੇਰੀਆਂ ਘੁੱਟੀਆਂ ਆ। ਇਹਨਾਂ ਦਾ ਦੇਣ ਮੈਂ ਕਦੀ ਨਹੀਂ ਦੇ ਸਕਦੀ। ਇਹਨਾਂ ਦੇ ਪਿਆਰ ਕਰਕੇ ਹੀ ਮੈਂ ਜੇ ਅੱਜ 1 ਸਾਲ ਦੇ ਵਿੱਚ ਨੋਰਮਲ ਹੋ ਕੇ ਇੱਥੇ ਬੈਠੀ ਹਾਂ, ਤਾਂ ਇਹਨਾਂ ਦਾ ਪਿਆਰ ਹੀ ਆ ਉਹ। ਜਦੋਂ ਬੰਦੇ ਦੀ ਲਾਈਫ ਵਿੱਚ ਇੰਨੀਆਂ ਮੁਸ਼ਕਿਲਾਂ ਆਉਂਦੀਆਂ ਨੇ ਤਾਂ ਉਮੀਦਾਂ ਖਤਮ ਹੋ ਜਾਂਦੀਆਂ ਨੇ ਤੇ ਰੱਬ ਤੋਂ ਵੀ ਯਕੀਨ ਉੱਠ ਜਾਂਦਾ। ਤੁਸੀਂ ਰੱਬ 'ਚ ਯਕੀਨ ਰੱਖਦੇ ਹੋ? ਹਾਂਜੀ ਮੈਮ, ਬਿਲਕੁਲ ਰੱਬ 'ਤੇ ਯਕੀਨ ਪੂਰਾ ਆ। ਨੋ ਡਾਊਟ ਪ੍ਰੋਬਲਮਸ ਬਹੁਤ ਆਈਆਂ ਲਾਈਫ ਦੇ ਵਿੱਚ, ਹੈ ਨਾ, ਸਟਰਗਲ ਵੀ ਬਹੁਤ ਕੀਤੀ ਆ, ਪਰ ਰੱਬ ਨੇ ਆਪਣੇ ਰੂਪ ਦੇ ਵਿੱਚ ਇੱਕ ਹਸਬੈਂਡ ਵੀ ਦਿੱਤਾ ਆ, ਹੈ ਨਾ। ਇਹਨਾਂ ਨੂੰ ਦੇਖ ਕੇ ਉਮੀਦਾਂ ਹਲੇ ਵੀ ਪੂਰੀਆਂ ਜਾਗਦੀਆਂ ਆ ਵੀ ਨਹੀਂ, ਜ਼ਿੰਦਗੀ ਖਤਮ ਨਹੀਂ ਹੋਈ। ਕੋਈ ਗੱਲ ਨਹੀਂ, ਜੇ ਪੈਸਾ ਵੇਸਟ ਹੋ ਗਿਆ, ਹੈ ਨਾ, ਜਾਂ ਲੋਕਾਂ ਦੇ ਤਾਨੇ ਪਿਣੇ ਮਿਲਦੇ ਆ, ਸਾਰੇ ਪਾਸਿਓਂ ਫੇਲੀਅਰਸ ਵੀ ਮਿਲੇ ਆ ਜੇ, ਹੈ ਨਾ, ਤਾਂ ਇੱਦਾਂ ਨਹੀਂ ਲੱਗਦਾ ਵੀ ਜ਼ਿੰਦਗੀ ਖਤਮ ਹੋ ਗਈ। ਹੁਣ ਤਾਂ ਇੱਦਾਂ ਲੱਗਦਾ ਇੱਥੇ ਆ ਕੇ ਵੀ ਮੈਮ ਸਟਾਰਟ ਕੀਤਾ ਸੀ, ਕੰਮ ਸਟਾਰਟ ਕੀਤਾ। ਮੈਂ ਪਹਿਲਾਂ ਵੀ ਕਰਦੀ ਸੀ, ਫਿਰ ਦੁਬਾਰਾ ਤੋਂ ਕੰਮ ਸਟਾਰਟ ਕੀਤਾ ਹੈ ਜਦ ਦੀ ਮੈਂ ਠੀਕ ਹੋਈ ਹਾਂ, ਹੈ ਨਾ। ਅਤੇ ਨਾਲ ਦੀ ਨਾਲ ਅਸੀਂ ਵਲੋਗਿੰਗ ਵੀ ਕਰੀਦੀ ਆ। ਹੁਣ ਜੋ ਦਿਲ ਕਰਦਾ ਆ ਉਹ ਕਰੀਦਾ ਆ, ਚਾਹੇ ਸਟਰਗਲ ਆ, ਪਰ ਉਹਦੇ 'ਚ ਵੀ ਇੱਕ ਅਲੱਗ ਹੀ ਮਜ਼ਾ ਆ, ਕਿਉਂਕਿ ਲਾਈਫ ਪਾਰਟਨਰ ਨਾਲ ਆ, ਸਾਥ ਦੇਣ ਵਾਲਾ, ਹੈ ਨਾ। ਤਾਂ ਖੁਸ਼ੀ ਆ, ਕੋਈ ਇਹ ਤਾਂ ਨਹੀਂ ਟੈਨਸ਼ਨ ਹੈਗੀ ਵੀ ਹਾਏ ਕੋਈ, ਹੈ ਨਾ, ਵੀ ਮੈਨੂੰ ਜੋਬ ਤੋਂ ਕੱਢ ਦੂਗਾ ਜਾਂ ਮੈਨੂੰ ਆਹ ਹੋ ਜਾਊਗਾ, ਮੈਂ ਮਰ ਜੂੰਗੀ ਜਾਂ ਮੈਨੂੰ ਡਿਪਰੈਸ਼ਨ ਹੋ ਜਾਊਗਾ। ਹੁਣ ਮੈਨੂੰ ਪਤਾ ਹੈ ਵੀ ਮੇਰਾ ਸਾਥ ਦੇਣ ਵਾਲਾ ਬੈਠਾ ਆ, ਤਾਂ ਮੈਂ ਖੁਸ਼ ਹਾਂ ਇੰਡੀਆ 'ਚ ਆ ਕੇ ਵੀ। ਮਤਲਬ ਸੰਤੁਸ਼ਟ ਹੋ ਲਾਈਫ ਵਿੱਚ ਜੋ ਵੀ ਕੁਝ ਮਿਲਿਆ? ਤੇ ਜਿਹੜੇ ਪੇਰੈਂਟਸ ਆਪਣੇ ਬੱਚਿਆਂ ਨੂੰ ਬਾਹਰ ਭੇਜਣਾ ਚਾਹੁੰਦੇ ਨੇ ਜਾਂ ਜਿਹੜੇ ਬੱਚੇ ਬਾਹਰ ਜਾਣਾ ਚਾਹੁੰਦੇ ਨੇ, ਉਹਨਾਂ ਨੂੰ ਕੀ ਮੈਸੇਜ ਦਵੋਗੇ? ਉਹਨਾਂ ਨੂੰ ਮੈਂ ਇਹੀ ਮੈਸੇਜ ਦੇਣਾ ਚਾਹੂੰਗੀ ਵੀ ਜੇ ਤੁਸੀਂ ਆਪਣੇ ਬੱਚਿਆਂ ਨੂੰ ਬਾਹਰ ਭੇਜਣਾ ਚਾਹੁੰਦੇ ਹੋ, ਭੇਜੋ, ਹੈ ਨਾ।
ਕੋਈ ਚੱਕਰ ਨਹੀਂ ਆ, ਭੇਜੋ ਜਿਹੜੇ ਸਟਰੋਂਗ ਆ, ਜਿਹੜੇ ਸਾਰਾ ਕੁਝ ਬੇਅਰ ਕਰ ਸਕਦੇ ਆ, ਭੇਜੋ। ਬਸ ਇੰਨਾ ਕਿ ਵੀ ਕਦੀ ਸਾਥ ਨਾ ਛੱਡਿਓ ਉਹਨਾਂ ਦਾ। ਇੱਕ ਤਾਂ ਸਾਥ ਨਾ ਛੱਡਿਓ, ਇੱਕ ਜੇ ਕਿਸੇ ਕੋਲ ਭੇਜੂਗੇ ਵੀ ਤੇ ਜੇ ਤੁਹਾਡਾ ਬਹੁਤ ਜ਼ਿਆਦਾ ਵਿਸ਼ਵਾਸ ਵਾਲਾ ਬੰਦਾ ਹੋਊਗਾ ਨਾ, ਉਹਦੇ ਕੋਲ ਭੇਜਿਓ। ਬਾਕੀ ਜਿਹੜੇ ਬੱਚੇ ਇੱਥੇ ਰਹਿ ਕੇ ਕਰਨਾ ਚਾਹੁੰਦੇ ਆ ਕੁਝ, ਉਹਨਾਂ ਨੂੰ ਸਪੋਰਟ ਕੀਤਾ ਜਾਵੇ, ਕਿਉਂਕਿ ਕਈ ਬੱਚੇ ਆ ਜਿਹੜੇ ਬਾਹਰ ਜਾਣਾ ਚਾਹੁੰਦੇ ਆ, ਕਈ ਪੇਰੈਂਟਸ ਆ ਜਿਹੜੇ ਧੱਕੇ ਨਾਲ ਭੇਜਦੇ ਆ। ਦੋਨੋਂ ਪਾਸੇ ਹੀ ਕੰਮ ਆ, ਹੈ ਨਾ। ਇਹ ਨਹੀਂ ਆਪਾਂ ਕਹਿ ਸਕਦੇ ਵੀ ਇਕੱਲੇ ਪੇਰੈਂਟਸ ਹੀ ਭੇਜਣਾ ਚਾਹੁੰਦੇ ਆ, ਇਕੱਲੇ ਬੱਚੇ ਹੀ ਜਾਣਾ ਚਾਹੁੰਦੇ ਆ। ਤਾਂ ਇੱਕ ਦੂਜੇ ਨੂੰ ਸਮਝ ਕੇ ਨਾ, ਜੇ ਇੱਥੇ ਸਰ ਸਕਦਾ ਆ ਤਾਂ ਇੱਥੇ ਹੀ ਕਰ ਲਓ। ਲੋਕੀ ਉਹੀ ਕਹਿੰਦੇ ਆ ਨਾ ਇਹ ਚੀਜ਼ ਵੀ ਜਿਹੜੇ ਬੰਦੇ ਨੇ ਕੰਮ ਕਰਨਾ ਹੁੰਦਾ ਨਾ, ਉਹ ਕਿਤੇ ਵੀ ਕਰ ਸਕਦਾ ਹੈ। ਇਹ ਗੱਲ ਸੱਚੀ ਵੀ ਆ ਮੈਮ। ਜੇ ਇੰਡੀਆ 'ਚ ਵੀ ਹੈਗੇ ਹੋ ਨਾ, ਤੁਸੀਂ ਇੰਡੀਆ 'ਚ ਪਰਿਵਾਰ 'ਚ ਬੈਠ ਕੇ ਵੀ ਤੁਸੀਂ ਆਪਣਾ ਕੰਮ ਵਧੀਆ ਚਲਾ ਸਕਦੇ ਹੋ ਮੈਮ। ਅਸੀਂ ਵੀ 1 ਸਾਲ ਤੋਂ ਰਹਿ ਰਹੇ ਹਾਂ, ਅਸੀਂ ਵੀ ਕੰਮ ਕਰਦੇ ਹਾਂ, ਮੈਂ ਵੀ ਕੰਮ ਕਰਦੀ ਹਾਂ, ਇਹ ਵੀ ਕੰਮ ਕਰਦੇ ਆ, ਸਾਡਾ ਵੀ ਵਧੀਆ ਚੱਲੀ ਜਾਂਦਾ ਆ। ਹਾਂ, ਇਹ ਜ਼ਰੂਰ ਆ ਵੀ ਬ੍ਰਾਂਡ ਜ਼ਿਆਦਾ ਨਹੀਂ ਬੰਦਾ ਪਾਉਂਦਾ, ਠੀਕ ਹੈ, ਉਹਨਾਂ ਦੇ ਵਿੱਚ ਰੱਖਿਆ ਵੀ ਕੀ ਆ, ਇੱਕ ਲਾਈਫ ਦੀ ਸੰਤੁਸ਼ਟੀ ਤਾਂ ਹੈ ਐਟਲੀਸਟ। ਭੈਣੇ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਅੱਖਰ ਨਾਲ ਆਪਣੀ ਸਟੋਰੀ ਸ਼ੇਅਰ ਕੀਤੀ ਤੇ ਲੋਕਾਂ ਤੱਕ ਇਹ ਮੈਸੇਜ ਪਹੁੰਚਾਇਆ। ਥੈਂਕ ਯੂ ਸੋ ਮਚ ਮੈਮ, ਤੁਹਾਡਾ ਵੀ ਤੁਸੀਂ ਮੇਰੀ ਸਟੋਰੀ ਨੂੰ ਅੱਗੇ ਲੈ ਕੇ ਆ ਰਹੇ ਹੋ ਤਾਂ ਕਿ ਇਸ ਸਟੋਰੀ ਤੋਂ ਹੋਰ ਵੀ ਲੋਕ ਜਾਗਰੂਕ ਹੋ ਸਕਣ।